जुग जुग टल चबर छतर तख्त दे मालिक साहिब श्री गुरु ग्रंथ साहिब जी महाराज तिन्हां दे पवित्र चरणों विच संगरांद दा पवित्र दिहाड़ा मनाउण वास्ते दूर नेड़े तो चल के एकत्र हुई साध संगत साहिब श्री गुरु ग्रंथ साहिब जी महाराज की पवित्र बाणी दे कुछ दिनों तो सहज पाठ आरंभ किए हुए सन जो हरेक संगरांद की मर्यादा है सहज पाठां दे भोग पाए जाते हैं। उपरंत जो सिख धर्म की मर्यादा है आम सिख पंथ के अंदर सिख धर्म के नाल जुड़े हुए जिग्यासुओं के मन की इच्छा है भावना है गुरु ग्रंथ साहिब जी की रचना तो महीने का नाम सरवण कर लिया जाए तो महीना सुख शांति नाल बतीत हो जाता है। वैसे भी नगरां विच पिंडां विच आम ये बजुर्गों की मर्यादा है कि किसी भले पुरख के मूँह तो अगर नाम सुन लिया जाए तो उसनूं बहुत सुवच्छ मनते हैं। सो सिख पंथ के सरमौर गुरु ग्रंथ साहिब जी महाराज सिख पंथ की मर्यादा है जिथे जिथे भी नानक नाम लेवा गुरसिख बैठे ने उथे उथे इस मर्यादा के अनुसार गुरु ग्रंथ साहिब जी के रसना तो महीने का नाम सरवण किया जाता है। मकर संक्रांति ये पवित्र दिहाड़ा इसनूं सारे धर्म हिंदू धर्म भी बहुत श्रद्धा नाल मनाउंदे हन सिख धर्म के अंदर भी बहुत श्रद्धा के नाल ये पवित्र दिहाड़ा मनाया जाता है। सिख पंथ के अंदर जदों भी कोई आपां किते भी अरदास की जाती है उहदे विच 40 मुक्तियां का नाम आता है। 5 प्यारे 4 साहिबजादे 40 मुक्ते इन्हां दा नाम विशेष तौर पर लिया जाता है। उन्हां 40 मुक्तियां दे नाल संबंधित अज दा पवित्र दिहाड़ा साहिब गुरु गोबिंद सिंह साहिब जी महाराज दे नाल जुड़िया होया दिन है। इस दिन 40 मुक्तियां की शहादत तो बाद साहिब गुरु गोबिंद सिंह साहिब जी महाराज ने मुक्तसर साहिब की पवित्र धरती ते उन्हां 40 शहीदां का संस्कार किया सी और उस धरती पवित्र धरती नूं वर भी दिता सी कोई श्रद्धा नाल शहीदां दे पवित्र स्थान ते इशनान करेगा मुक्त होवेगा। सो उस पवित्र धरती ते अज बहुत वड्डे लैवल ते माघी का पवित्र दिहाड़ा मनाया जाता है। साहिब गुरु गोबिंद सिंह साहिब जी के जीवन में विचरदियां होइयां सारियां जंगां तो उपरंत आखिरी जंग ये मुक्तसर साहिब की जंग लिखी है। इस जंग तो बाद जंग युद्ध समाप्त हो गए। इस जंग दे विच भी भावें पहलियां जंगां विच भी गुरसिखां ने बहुत
ਬਹਾਦਰੀ ਦੇ ਕਾਰਨਾਮੇ ਕਰਕੇ ਦਿਖਾਏ। ਪਰ ਇਸ ਯੁੱਧ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋ ਗੱਲ ਕਿਸੇ ਵੀ ਯੁੱਧ ਵਿੱਚ ਨਹੀਂ ਕਹੀ, ਇਸ ਯੁੱਧ ਵਿੱਚ ਉਹ ਗੱਲ ਕਹੀ। ਆਪਣੇ ਗੁਰਸਿੱਖਾਂ ਦੇ ਉਹਨਾਂ ਦੀ ਬਹਾਦਰੀ ਦੇਖ ਕੇ ਉਹਨਾਂ ਨੂੰ ਮਰਾਤਬੇ ਬਖਸ਼ੇ। ਜਿੰਨਾ ਜਿੰਨਾ ਵੀ ਕੋਈ ਸਿੱਖ ਮੂਹਰੇ ਹੋ ਕੇ ਲੜਿਆ, ਉਹਨਾਂ ਉਸ ਨੂੰ ਬਹਾਦਰੀ ਦਾ ਖਿਤਾਬ ਦਿੱਤਾ। ਇਹ ਮੇਰਾ 5 ਹਜ਼ਾਰੀ ਹੈ, ਇਹ ਮੇਰਾ 10 ਹਜ਼ਾਰੀ ਹੈ। ਭਾਵੇਂ ਸਿੱਖ ਸਾਹਿਬਾਂ ਨੂੰ ਆਪਣਾ ਬਦਾਵਾ ਦੇ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆ ਗਏ ਸਨ, ਪਰ ਪਿਤਾ ਨੇ ਬਦਾਵਾ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਹੀਂ ਕਿਹਾ ਕਿ ਤੁਸੀਂ ਮੇਰੇ ਸਿੱਖ ਨਹੀਂ ਹੋ, ਮੈਂ ਤੁਹਾਡਾ ਗੁਰੂ ਨਹੀਂ ਹਾਂ। ਇੱਕ ਛੋਟਾ ਜਿਹਾ ਕਾਗਜ਼, ਉਸ ਕਾਗਜ਼ 'ਤੇ ਗੁਰਸਿੱਖਾਂ ਨੇ ਲਿਖ ਕੇ ਦੇ ਦਿੱਤਾ, ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ। ਉਸ ਤੋਂ ਉਪਰੰਤ ਸਾਹਿਬਾਂ ਦੇ ਕਿਲ੍ਹਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ, ਮਾਛੀਵਾੜਾ, ਆਲਮਗੀਰ ਹੁੰਦੇ ਹੋਏ ਕਿੰਨੀਆਂ ਜਗ੍ਹਾ 'ਤੇ ਸਾਹਿਬ ਵਿਚਰੇ ਨੇ। ਇਸ਼ਨਾਨ ਵੀ ਕੀਤੇ ਹੋਣਗੇ ਔਰ ਚਮਕੌਰ ਸਾਹਿਬ ਦੀ ਜੰਗ ਵਿੱਚ ਜੋੜਾ ਘੋੜਾ, ਕਲਗੀ ਤੋੜਾ ਸਭ ਚਮਕੌਰ ਸਾਹਿਬ ਦੀ ਜੰਗ ਵਿੱਚ ਹੀ ਰਹਿ ਗਿਆ। ਇੱਕ ਚੀਜ਼ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਨਾਲ ਸੰਭਾਲ ਕੇ ਰੱਖੀ, ਉਸ ਨੂੰ ਆਪਣੇ ਕਮਰ ਕਸੇ ਵਿੱਚ ਰੱਖਿਆ। ਉਹਨਾਂ ਨੂੰ ਪਤਾ ਸੀ ਕਿਸੇ ਟਾਈਮ 'ਤੇ ਇਹ ਸਿੱਖ ਦੁਆਰਾ ਆਉਣਗੇ ਤਾਂ ਫਿਰ ਬਖਸ਼ੇ ਜਾਣਗੇ। ਸੋ ਉਹ ਸਮਾਂ ਆਇਆ ਮਾਝੇ ਦੇ ਵਿੱਚ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਇਹ ਸਿੰਘਾਂ ਦਾ ਜਥਾ ਜਦੋਂ ਮਾਝੇ ਵਿੱਚ ਪਹੁੰਚਿਆ, ਪਰਿਵਾਰਾਂ ਵਿੱਚ ਜਦ ਉਹਨਾਂ ਨੂੰ ਲਾਹਨਤਾਂ ਪੈਣ ਲੱਗੀਆਂ, ਬਿਪਤਾ ਦੇ ਸਮੇਂ ਕੋਈ ਕਿਸੇ ਨੂੰ ਛੱਡ ਜਾਵੇ ਉਹਨੂੰ ਸੱਜਣ ਨਹੀਂ ਕਹਿੰਦੇ, ਉਹਨੂੰ ਮਿੱਤਰ ਨਹੀਂ ਕਹਿੰਦੇ। ਬਿਪਤਾ ਤੋਂ ਬਿਨਾਂ ਚਲੇ ਜਾਵੇ ਉਹ ਵੱਖਰੀ ਗੱਲ ਹੈ, ਜਦੋਂ ਬਿਪਤਾ ਪਈ ਤੇ ਛੱਡ ਜਾਵੇ ਉਹਨੂੰ ਸੱਜਣ ਨਹੀਂ ਕਹਿੰਦੇ। ਬਿਪਤਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛੱਡ ਜਾਣਾ, ਔਰ ਉਸ ਵੇਲੇ ਮਾਈ ਭਾਗੋ ਵਰਗਿਆਂ ਨੇ ਲਾਹਨਤਾਂ ਪਾਈਆਂ। ਭਾਈ ਮਹਾਂ ਸਿੰਘ ਹੁਣੀ ਦੁਆਰਾ ਫਿਰ ਮਾਝੇ ਤੋਂ ਤੁਰੇ ਆ, ਮੁਕਤਸਰ ਸਾਹਿਬ ਤੱਕ ਪਹੁੰਚੇ ਆ। ਇਹ 40 ਸਿੰਘ ਸਨ, ਚਮਕੌਰ ਸਾਹਿਬ ਦੀ ਗੜੀ ਵਿੱਚ ਵੀ 40 ਸਨ ਅਤੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਵੀ ਇਹ 40 ਸਨ। ਉੱਥੇ 40 ਲੱਖ ਫੌਜ ਦੱਸੀ ਹੈ, ਇੱਥੇ ਮੁਕਤਸਰ ਸਾਹਿਬ ਦੀ ਜੰਗ ਦੀ ਗਿਣਤੀ ਨਹੀਂ ਕਿਸੇ ਵੀ ਇਤਿਹਾਸਕਾਰ ਨੇ ਦੱਸੀ। ਅਤੇ ਉੱਥੇ ਜੰਗ ਵਿੱਚ ਜਦੋਂ ਸਭ ਸਿੰਘ ਸਰੀਰ ਛੱਡ ਗਏ, ਲਾਸ਼ਾਂ ਖਿਲਰੀਆਂ ਹੋਈਆਂ ਨੇ। ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਅਸਥਾਨ ਅੱਜ ਬਣਿਆ ਹੋਇਆ ਹੈ, ਉਦੋਂ ਰੇਤ ਦੇ ਟਿੱਬੇ ਹੁੰਦੇ ਸਨ। ਉੱਚੀ ਠੇਰੀ 'ਤੇ ਬੈਠ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੀਰ ਚਲਾਉਂਦੇ ਸਨ। ਯੁੱਧ ਦੀ ਸਮਾਪਤੀ ਹੋਈ। ਯੁੱਧ ਦੀ ਸਮਾਪਤੀ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮੈਦਾਨੇ ਜੰਗ ਵਿੱਚ ਗਏ। ਇਕੱਲੇ ਇਕੱਲੇ ਸਿੰਘ ਨੂੰ ਦੇਖ ਕੇ ਸ਼ਹੀਦੀਆਂ ਪ੍ਰਾਪਤ ਜਿਨ੍ਹਾਂ ਨੇ ਕੀਤੀਆਂ, ਉਹਨਾਂ ਨੂੰ ਵੱਖਰੇ ਵੱਖਰੇ ਖਿਤਾਬ ਦਿੰਦੇ ਗਏ। ਇਹ ਮੇਰਾ 5 ਹਜ਼ਾਰੀ ਹੈ, ਇਹ ਮੇਰਾ 10 ਹਜ਼ਾਰੀ ਹੈ, ਇਹ ਮੇਰਾ 20 ਹਜ਼ਾਰੀ ਹੈ, 30 ਹਜ਼ਾਰੀ, 50 ਹਜ਼ਾਰੀ। ਬਹੁਤ ਮੁਰਾਤਬੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਿੰਦੇ ਚਲੇ ਗਏ। ਇੱਕ ਸਿੱਖ ਸਹਿਕਦਾ ਪਿਆ ਹੈ।
वो सिख सी भाई महा सिंह। महा सिंह का सिर चक्या साहब गुरु गोबिंद सिंह साहब महाराज ने अपने पट्टां ते रखिया तो भाई महा सिंह कदी होश में आ जाता, कदी बेहोश हो जाता। अपने रुमाल के नाल साहिबा ने वह मूँह साफ किया। जो महा सिंह ने अपना सिर गुरु गोबिंद सिंह साहब जी महाराज के गोदी विच पिया देखिया तो साहब कहन लगे, महा सिंह कुछ मंग ला, तरलोकी का राज दे दईए, होर कोई दुनिया की पातशाही दे दईए। भावें हले बदावा पाटा नहीं है, सिखां ने माफ़ी नहीं मंगी तो सिखां ने बदावा दिता होया, गुरु ने तो नहीं दिता। भाई महा सिंह ने कहा, महाराज मेरे नाल दे सिख दरगाह दे विच बाहर घूमते हैं, उन्होंने अंदर नहीं बढ़न दिता जाता। जै ते उपजी तै मिली, सच्ची प्रीत समाहो। धार्मिक पक्ष के अंदर गुरु नाल नाता जोड़ना, धरती ते उन्होंने प्रवान पुरखों नाल नाता जोड़ना पैंदा, दरगाह में जुड़ जाता। और ये प्रवान होकर मनुख संसार विचों ही जाता, प्रवान अगे जाके नहीं हुंदा। जिहड़े इत्थों प्रवान होके जाते हैं उन्होंने अगे प्रवानगी मिलती है, जिहड़े इत्थों फेल होके जाते हैं उन्होंने अगे जाके मुक्ति नहीं मिलती। कहन लग्या, महाराज मैं भी कई बार मेरी आत्मा जा आई है, मोरे दरवाजे लगे हुए ने, उत्थे अंदर सानू बढ़न कोई नहीं दिंदा। यही गल साहब जिन्हां दे पवित्र स्थान ते तुसीं बैठे हो, उन्होंने भी बाबा बहाल सिंह जी नूं किसी टाइम ते बचन किया सी। क्योंकि बाबा बहाल सिंह जी का थोड़ा सुभाव गर्म सी, आए दिन किसी न किसी साधु महात्मा ते हथ चक लेंदे सन। एक दिन साहब कहन लगे, बहाल सिंह तेरे वास्ते मैं एक नवा प्रोग्राम बनाया, जिन्ना चिर तू साधु महात्मा के डंडा चक्कणों हटदा नहीं, तेरे वास्ते दरगाह के दरवाजे बंद है। बाबा बहाल सिंह जी कहन लगे, मैं रोया बड़ा, मारा बख्श लो जी। कहन लगे, साडा बचन मन ला, साधु संतां दे डंडा चक्कणों हट जा, दरगाह के दरवाजे ने तेरे वास्ते बंद ने, गुरु नानक की दरगाह का दरवाजा खुलेगा नहीं। कहन लगे, मैं क्या जी महाराज, मेरे तो कई उम्र विच भी बड़े आ, कई शरीरक बल विच भी ज़्यादा है, इन्हां तो एक बार मैनू कटवा के मेरे अंदर पै पा दिओ। हस के कहन लगे, सौहरिया तू अपने हड्ड जरूर भनाउणे हैं, मेरा कहा ही मन ला। उहदे तो बाद बाबा बहाल सिंह जी कहंदे, मैनू मुड़ के गुस्सा नहीं आया। फिर इक्को बार किरपा कीती, इहनूं कहंदे दरगाह विच प्रवानगी होनी, इत्थों प्रवानगी हो के जावे, बाहरले मुल्कां नूं जाइए, इत्थों वैसी विचों वीज़ा लैके जांदे आ। जे इत्थों वीज़ा ना मिले, दूजे मुल्कां च बढ़न की मनाही आ, अंदर नहीं बढ़न दिंदे। महा सिंह ने कहा, महाराज किरपा करके जिहड़ा असीं लिख के कागज़ दे आए वो कागज़ पाड़ दिओ। कोई चीज़ नहीं मंगी, कोई पातशाही, दुनिया दीयां पातशाहियां, तरलोकी दा राज, कुछ नहीं मंगया महाराज। वो जिहड़ा बदावा असीं तुहानूं लिख के दे आए वो पाड़ दिओ। किन्नी जगह ते साहब गुरु गोबिंद सिंह साहब महाराज रात भी रहे, वस्त्र भी बदले, माछीवाड़े में नीले वस्त्र पाए, अगे जाके ढिलमां विच जाके वस्त्र साड़ दिते। किन्नी जगह ते इशनान किया, पर वो बदावा साँभ के रखिया। उस वेले कमर कसे विचों बदावा कढ़िया,
ਭਾਈ ਮਹਾਂ ਸਿੰਘ ਦੇ ਸਾਹਮਣੇ ਬਦਾਵਾ ਪਾੜ ਦਿੱਤਾ। ਸਿਆਹੀ ਨਾਲ ਲਿਖਿਆ ਹੋਇਆ ਬਦਾਵਾ ਲਹੂ ਦੇ ਨਾਲ ਲਹੂ ਦੇ ਨਾਲ ਧੋਤਾ ਗਿਆ। ਲਿਖਣਾ ਬੜਾ ਸੌਖਾ ਹੈ, ਪੜਵਾਉਣਾ ਬੜਾ ਔਖਾ ਹੈ। ਸਿਰ ਤਲੀ ਤੇ ਰੱਖ ਕੇ ਜਾਨ ਤੇ ਖੇਲ ਕੇ ਉਹ ਬਦਾਵਾ ਪਾੜਿਆ ਗਿਆ ਔਰ ਸਾਹਿਬਾਂ ਨੇ ਫਿਰ ਉਹਨਾਂ ਦੇ ਸਿੰਘਾਂ ਦੇ ਸੰਸਕਾਰ ਕਰਕੇ ਉਸ ਧਰਤੀ ਨੂੰ ਵਰ ਦੇ ਦਿੱਤਾ। ਇਹ ਮੇਰੇ 40 ਮੁਕਤੇ ਹਨ। ਇੱਥੇ ਕੋਈ ਆ ਕੇ ਸ਼ਰਧਾ ਨਾਲ ਇਸ਼ਨਾਨ ਕਰੇਗਾ, ਮੁਕਤੀ ਨੂੰ ਪ੍ਰਾਪਤ ਹੋਵੇਗਾ। ਅੱਜ ਉਸ ਪਵਿੱਤਰ ਧਰਤੀ ਤੇ ਬਹੁਤ ਸੰਗਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿੱਥੇ ਨਤਮਸਤਕ ਹੋਣ ਜਾਂਦੀਆਂ ਹਨ, ਉੱਥੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਵੀ ਨਤਮਸਤਕ ਹੁੰਦੀਆਂ ਹਨ, ਜਿਹੜੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਜਾਨਾਂ ਵਾਰ ਗਏ ਤੇ ਪ੍ਰਵਾਨਗੀ ਦਰਗਾਹ ਦੀ ਪ੍ਰਵਾਨਗੀ ਪ੍ਰਾਪਤ ਕੀਤੀ, ਉਸ ਮੁਕਤੀ ਨੂੰ ਪ੍ਰਾਪਤ ਕੀਤਾ। ਜਿਹੜੀ ਮੁਕਤੀ ਨੂੰ ਪ੍ਰਾਪਤ ਕਰਦਿਆਂ ਜਨਮ ਲੱਗ ਜਾਂਦੇ ਆ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ੀ। ਸੋ ਮਨੁੱਖ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਸੁੱਖ ਦੀ ਇੱਛਾ ਵਿੱਚ ਤੁਰਿਆ ਫਿਰਦਾ ਹੈ। ਹਰ ਵੇਲੇ ਮਨੁੱਖ ਦੀ ਸੁੱਖ ਦੀ ਭਾਲ, ਸੁੱਖਾਂ ਦੀਆਂ ਬੇਨਤੀਆਂ, ਸੁੱਖਾਂ ਦੀ ਇੱਛਾ ਮਨੁੱਖ ਦੀ ਆਪਣੀ ਸੋਚ ਮੁਤਾਬਕ ਚੱਲਦੀ ਹੈ। ਭਾਵੇਂ ਪਸ਼ੂ ਹੋਵੇ, ਪੰਛੀ ਹੋਵੇ, ਸਾਰੀਆਂ ਜੂਨਾਂ ਸੁੱਖ ਦੀ ਦੌੜ ਵਿੱਚ ਹਨ, ਪਰ ਦੂਜੀਆਂ ਜੂਨਾਂ ਨੂੰ ਸਮਝ ਨਹੀਂ ਕਿ ਸੁੱਖ ਕਿੱਥੋਂ ਪ੍ਰਾਪਤ ਹੋਵੇਗਾ। ਇੱਕੋ ਇੱਕ ਮਨੁੱਖ ਜਾਤੀ ਹੈ ਜਿਸ ਨੂੰ ਪਤਾ ਲੱਗ ਜੂਗਾ ਕਿ ਸੁੱਖ ਇੱਥੋਂ ਮਿਲੇਗਾ। ਜਿੱਦਾਂ ਚੰਦਨ ਹੈ, ਚੰਦਨ ਪਤਾ ਹੈ ਸਾਰਿਆਂ ਨੂੰ ਕੀਮਤੀ ਹੈ, ਪਰ ਬਹੁਤਿਆਂ ਨੂੰ ਪਤਾ ਨਹੀਂ ਚੰਦਨ ਮਿਲੇਗਾ ਕਿੱਥੋਂ, ਚੰਦਨ ਦਾ ਬੂਟਾ ਕਿੱਥੇ ਹੈ, ਕਿੱਥੇ ਮਿਲਦਾ ਹੈ ਚੰਦਨ। ਪਾਰਸ ਪੱਥਰ ਹੈ ਇੱਕ ਬਹੁਤ ਕੀਮਤੀ ਹੈ, ਪਰ ਪਾਰਸ ਦਾ ਪਤਾ ਨਹੀਂ ਮਿਲੇਗਾ ਕਿੱਥੋਂ। ਤਾਂ ਸੁੱਖ ਮਨੁੱਖ ਨੂੰ ਜੀਵਨ ਦੇ ਵਿੱਚ ਮਨੁੱਖ ਸਰੀਰ ਵਾਸਤੇ ਜ਼ਰੂਰੀ ਨੇ, ਪਰ ਮਨੁੱਖ ਨੂੰ ਪਤਾ ਹੈ ਕਿੱਥੋਂ ਮਿਲੇਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੈ, ਤੈਨੂੰ ਸੁੱਖ ਕਿੱਦਾਂ ਪ੍ਰਾਪਤ ਹੋਵੇਗਾ। ਜਿਉਂ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਇਹ ਸੁੱਖਾਂ ਦੀ ਪ੍ਰਾਪਤੀ ਵਾਸਤੇ ਮਨੁੱਖ ਦੀ ਦੌੜ ਹੈ, ਉਹ ਸਾਰਿਆਂ ਧਰਮਾਂ ਵਿੱਚ, ਵੇਦਾਂ ਵਿੱਚ, ਸ਼ਾਸਤਰਾਂ ਵਿੱਚ, ਧਾਰਮਿਕ ਗ੍ਰੰਥਾਂ ਵਿੱਚ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸੁੱਖ ਤੈਨੂੰ ਇਸ ਜਗ੍ਹਾ 'ਤੇ ਪ੍ਰਾਪਤ ਹੋਵੇਗਾ। ਉਹ ਸੁੱਖ ਕਲਯੁਗ ਦੇ ਅੰਦਰ, ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਦੋ ਤਰੀਕੇ ਦੱਸੇ ਹੈ। ਇੱਕ ਤਾਂ ਗੁਰੂ ਦੀ ਸੇਵਾ ਕਰਕੇ ਸੁੱਖ ਪ੍ਰਾਪਤ ਹੁੰਦਾ ਹੈ, ਦੂਜਾ ਪਰਮੇਸ਼ਰ ਦਾ ਸਿਮਰਨ ਕਰਕੇ ਸੁੱਖ ਪ੍ਰਾਪਤ ਹੁੰਦਾ ਹੈ। ਤੀਜੇ ਪਾਤਸ਼ਾਹ ਜੀ ਨੇ 12 ਸਾਲ ਗਾਗਰ ਪਾਣੀ ਲਿਆ ਕੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਇਆ ਔਰ ਉਹਨਾਂ ਨੇ ਸੁੱਖ ਦੀ ਪ੍ਰਾਪਤੀ ਕਰਕੇ ਫਿਰ ਇਹ ਬਚਨ ਲਿਖਿਆ, ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਸ਼ਰਧਾ ਭਾਵਨਾ ਨਾਲ ਕਹਿੰਦੇ ਗੁਰੂ ਦੀ ਸੇਵਾ ਕਰੋਗੇ, ਸੁੱਖ ਤਾਂ ਪੈਦਾ ਹੋਵੇਗਾ ਹੀ, ਦੁੱਖ ਨਹੀਂ ਨੇੜੇ ਆਵੇਗਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਸੇਵਾ ਦੇ ਵਿੱਚ ਕੋਈ ਹੋਰ ਇੱਛਾ ਨਾ ਹੋਵੇ, ਸੇਵਾ ਦੇ ਵਿੱਚ ਹੋਰ ਕੋਈ ਭਾਵਨਾ ਨਾ ਹੋਵੇ। ਬਹੁਤ ਮਨੁੱਖ ਤੁਹਾਨੂੰ ਸੇਵਾ ਕਰਦੇ ਗੁਰਦੁਆਰਿਆਂ ਵਿੱਚ ਨਜ਼ਰੀ ਪੈਣਗੇ, ਪਰ ਆਪਣੀ ਆਪਣੀ ਭਾਵਨਾ ਹੈ। ਕਿਸੇ ਨੂੰ ਕੋਈ ਦੁੱਖ ਚਿੰਬੜਿਆ ਹੋਇਆ ਹੈ, ਕਿਸੇ ਦਾ ਕੋਈ ਕਾਰਜ ਰੁਕਿਆ ਹੋਇਆ ਹੈ, ਆਪਣੇ ਕਾਰਜਾਂ ਦੀ ਪੂਰਤੀ ਵਾਸਤੇ, ਆਪਣੇ ਸਰੀਰਕ ਕਸ਼ਟਾਂ ਵਾਸਤੇ, ਨਿਵਰਤੀ ਵਾਸਤੇ ਗੁਰੂ ਘਰ ਵਿੱਚ ਬਹੁਤ ਸਾਰੇ ਲੋਕ ਸੇਵਾ ਕਰਦੇ ਆ। ਜੇ ਤਾਂ ਕੋਈ ਇੱਛਾ ਲੈ ਕੇ ਸੇਵਾ ਕਰਦਾ ਹੈ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਜੇ ਇੱਛਾ ਤੋਂ ਬਿਨਾਂ ਕੋਈ ਕਰਦਾ ਹੈ,
ਨਿਸ਼ਕਾਮ ਭਾਵਨਾ ਨਾਲ ਕਰਦਾ ਹੈ, ਗੁਰੂ ਦੇ ਪ੍ਰੇਮ ਵਿੱਚ ਸੇਵਾ ਕਰਦਾ ਹੈ, ਤਾਂ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਕਹਿੰਦਾ ਮੇਰੀ ਕੋਈ ਇੱਛਾ ਨਹੀਂ ਹੈ, ਮੈਂ ਕੁਛ ਨਹੀਂ ਲੈਣਾ, ਮੈਂ ਗੁਰੂ ਦੇ ਪ੍ਰੇਮ ਵਿੱਚ ਸੇਵਾ ਕਰਦਾ, ਉਹਨੂੰ ਫਿਰ ਗੁਰੂ ਆਪਣੀ ਮਰਜ਼ੀ ਮੁਤਾਬਕ ਸੁੱਖ ਦਿੰਦਾ ਹੈ। ਮਨੁੱਖ ਦੀ ਦੌੜ ਥੋੜ੍ਹੀ ਨੇੜੇ ਹੈ, ਮਨੁੱਖ ਦੀ ਸੋਚ ਨੇੜੇ ਹੈ, ਪਰ ਪਰਮੇਸ਼ਰ ਨਿਰੰਕਾਰ ਦੀ ਦੌੜ, ਉਹਦੀ ਸੋਚ, ਉਹਦੀ ਵੱਡੀ ਹੈ। ਮਨੁੱਖ ਦੀ ਮੰਗ ਵੀ ਛੋਟੀ ਹੈ, ਪਰਮੇਸ਼ਰ ਦਾ ਦੇਣ ਵਾਲੇ ਦਾ ਹੱਥ ਵੱਡਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਭਾਈ ਗੋਪਾਲਾ ਜੀ ਨੇ, ਉਹ ਆਪਣੀ ਗੁਰਗੱਦੀ ਦੇਣ ਨੂੰ ਤਿਆਰ ਸੀ, ਤੇ ਉਹ ਘੋੜਾ ਮੰਗਦਾ ਸੀ। ਆਪਣੀ ਭਾਵਨਾ ਮੁਤਾਬਕ ਆਪਣੀਆਂ ਆਪਣੀਆਂ ਇੱਛਾ ਹਰੇਕ ਮਨੁੱਖ ਦੇ ਅੰਦਰ ਮਨੁੱਖ ਸੇਵਾ ਕਰਦਾ ਹੈ, ਪਰ ਜੇ ਸੇਵਾ ਭਾਵਨਾ ਤੋਂ ਰਹਿਤ, ਕੋਈ ਇੱਛਾ ਤੋਂ ਰਹਿਤ ਕੀਤੀ ਜਾਵੇ, ਉਹਦਾ ਫਲ ਜ਼ਿਆਦਾ ਮਿਲਦਾ ਹੈ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਇਹ ਤਾਂ ਚੀਜ਼ਾਂ ਕਹਿੰਦੇ ਖਤਮ ਹੋਣਗੀਆਂ ਹੀ। ਇੱਕ ਹੋਰ ਚੀਜ਼ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ, ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿਆ ਸਮਾਏ। ਹਰੀ ਪਰਮੇਸ਼ਰ ਦੇ ਨਾਲ ਮਨ ਜੁੜ ਜਾਊਗਾ, ਸੇਵਾ ਦੇ ਨਾਲ ਮਨ ਨੀਵਾਂ ਹੋ ਜਾਊਗਾ। 3 ਸੇਵਾ ਦਸੀਆਂ ਸਨ ਗੁਰੂ ਘਰ ਦੇ ਅੰਦਰ, ਉਹ ਤਿੰਨੇ ਸੇਵਾ ਬਿਜਲੀ ਨੇ ਸਾਂਭ ਲਈਆਂ। ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਇਹ ਜਦੋਂ ਬਾਣੀ ਲਿਖੀ ਸੀ ਉਦੋਂ ਇਹ 3 ਸੇਵਾ ਪ੍ਰਵਾਨ ਸਨ। ਸੰਗਤ ਨੂੰ ਪੱਖਾ ਝੱਲਣਾ, ਪਾਣੀ ਲਿਆ ਕੇ ਖੂਹ ਚੋਂ ਕੱਢ ਕੱਢ ਕੇ ਸੰਗਤ ਦੀ ਸੇਵਾ ਕਰਨੀ, ਆਟਾ ਚੱਕੀ ਨਾਲ ਆਟਾ ਪੀਹਣਾ, ਲੰਗਰ ਵਿੱਚ ਪਾਉਣਾ। ਇਹ 3 ਸੇਵਾ ਸਨ, ਤਿੰਨੇ ਬਿਜਲੀ ਨੇ ਸਾਂਭ ਲਈਆਂ। ਆਟਾ ਪੀਹਣਾ ਵੀ ਚੱਕੀ ਬਿਜਲੀ ਨੇ ਸਾਂਭ ਲਿਆ, ਪੱਖਾ ਵੀ ਬਿਜਲੀ ਨੇ ਸਾਂਭ ਲਿਆ, ਤੇ ਪਾਣੀ ਜਿਹੜਾ ਹੈ ਹਰੇਕ ਮੰਜੇ ਦੇ ਨਾਲ ਟੂਟੀ ਲੱਗੀ ਹੋਈ ਆ, ਪਾਣੀ ਦੀ ਸੇਵਾ ਵੀ ਬਿਜਲੀ ਨੇ ਸਾਂਭ ਲਈ ਆ। ਤੇ ਹੁਣ ਇੱਕੋ ਹੀ ਸੇਵਾ ਰਹਿ ਗਈ ਗੁਰੂ ਘਰ ਦੇ ਅੰਦਰ, ਝਾੜੂ ਫੇਰਨਾ, ਭਾਂਡੇ ਮਾਂਜਣੇ, ਜਿਹੜੀਆਂ ਸੇਵਾ ਕਰਕੇ ਬਹੁਤ ਸਾਰੇ ਗੁਰਸਿੱਖ ਪ੍ਰਵਾਨ ਹੋਏ ਆ। ਭਾਈ ਸਾਲੋ ਜੀ ਵਰਗੇ ਬੜੇ ਬੜੇ ਕਮਾਈ ਵਾਲੇ ਪੁਰਖ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਝਾੜੂ ਦੀ ਸੇਵਾ ਕਰਦੇ ਹੁੰਦੇ ਸਨ, ਜਿਨ੍ਹਾਂ ਦੀ ਅੱਜ ਪੂਜਾ ਹੋ ਰਹੀ ਹੈ। ਜਿਨ੍ਹਾਂ ਦੇ ਬਚਨਾਂ 'ਤੇ ਰਾਜਾ ਹਰੀ ਸੈਨ ਦਾ ਲੜਕਾ ਲੜਕੀ ਬਣ ਗਿਆ ਸੀ। ਝਾੜੂ ਦਿੰਦਿਆਂ ਤੇ ਹੀ ਉਹ ਲੜਕੇ ਦਾ ਪੈਰ ਝਾੜੂ ਨੂੰ ਲੱਗ ਗਿਆ ਸੀ, ਤੇ ਭਾਈ ਸਾਲੂ ਜੀ ਦੇ ਰਸਨਾ ਤੋਂ ਬਚਨ ਨਿਕਲ ਗਿਆ ਸੀ। ਉਹ ਕੁੜੀਏ, ਉਹ ਕਹਿੰਦੇ ਪੁੱਤ ਝਾੜੂ ਨੂੰ ਪੈਰ ਨਹੀਂ ਲਾਈਦਾ। ਉਹ ਲੜਕੇ ਦੀ ਸੁੱਖਣਾ ਲਾਉਣ ਆਇਆ ਸੀ ਤੇ ਲੜਕੀ ਬਣ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਉੱਥੇ ਇੱਕ ਬਾਬਾ ਜੀ ਝਾੜੂ ਦਿੰਦੇ ਸਨ, ਉਹਨਾਂ ਨੇ ਸਹਿਜ ਸੁਭਾਅ ਰਸਨਾ ਤੋਂ ਬਚਨ ਕੀਤਾ, ਤੇ ਮੁੰਡਾ ਅਸੀਂ ਇਹਦੀ ਸੁੱਖਣਾ ਲਾਉਣ ਆਏ ਤੇ ਲੜਕੀ ਬਣ ਗਿਆ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹਨਾਂ ਦੇ ਬਚਨ ਅਸੀਂ ਮੋੜ ਨਹੀਂ ਸਕਦੇ, ਇਹਨਾਂ ਦੀ ਰਸਨਾ ਤੇ ਅਸੀਂ ਬੈਠੇ ਹਾਂ। ਪਰਮੇਸ਼ਰ ਨੇ 3 ਜਗ੍ਹਾ ਦਸੀਆਂ ਆਪਣੇ ਬੈਠਣ ਦੀਆਂ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਜਾਂ ਤਾਂ ਕਹਿੰਦੇ ਸਾਡਾ ਬਾਸਾ ਸਾਧੂਆਂ ਦੀ ਰਸਨਾ 'ਤੇ ਹੈ, ਜਾਂ ਸਾਧੂਆਂ ਦੇ ਹਿਰਦਿਆਂ 'ਤੇ ਹੈ, ਜਾਂ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਜਾਂ ਜਿੱਥੇ ਸੰਗਤ ਸਤ ਦੀ ਵਿਚਾਰ ਕਰਦੀ ਹੋਵੇ, ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਦੀ ਹੋਵੇ, ਹਰੀ ਦੀ ਉਸਤਤੀ ਕਰਦੀ ਹੋਵੇ, ਜਾਂ ਕਹਿੰਦੇ ਸਾਡਾ ਬਾਸਾ ਉੱਥੇ ਹੈ। ਕਹਿੰਦੇ ਹੁਣ ਅਸੀਂ ਤਾਂ ਨਹੀਂ ਇਹਨੂੰ ਮੁੰਡਾ ਬਣਾ ਸਕਦੇ, ਇਹਨਾਂ ਦੀਆਂ ਰਸਨਾਂ ਦੇ ਬਚਨ ਨਿਕਲੇ ਹੋਏ ਬੋਲ ਇਹੀ ਮੋੜ ਸਕਦੇ ਆ। ਦੁਬਾਰਾ ਫਿਰ ਭਾਈ ਸਾਲੋ ਜੀ ਦੇ ਉਹੀ ਕਿਰਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨਾਲ ਕੀਤੀ, ਤਾਂ ਲੜਕੀ ਤੋਂ ਲੜਕਾ ਬਣ ਗਿਆ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ,
ਇਸਤਰੀ ਤੋਂ ਪੁਰਖ ਬਣਾ ਦੇਣਾ, ਪੁਰਖ ਤੋਂ ਨਾਰੀ ਬਣਾ ਦੇਣੀ। ਇਹ ਝਾੜੂ ਫੇਰਨ ਵਾਲਿਆਂ ਵਿੱਚ ਤਾਕਤ ਸੀ। ਗੁਰੂ ਨਾਨਕ ਦੇ ਘਰ ਵਿੱਚ ਝਾੜੂ ਫੇਰਨਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਜਿਹੜਾ ਸੁੰਦਰ ਬਣਾਉਣਾ ਚਾਹੁੰਦਾ, ਗੁਰੂ ਉਹਦੇ ਘਰਾਂ ਨੂੰ ਸੁੰਦਰ ਬਣਾ ਦਿੰਦਾ। ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਗੰਦ ਪਾਉਂਦਾ, ਖਲਾਰਾ ਪਾਉਂਦਾ, ਗੁਰੂ ਉਹਦੇ ਘਰ ਵਿੱਚ ਦਰਿੱਦਰ ਪਾ ਦਿੰਦਾ। ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਸੰਗਤ ਨੂੰ ਪ੍ਰੇਮ ਨਾਲ ਸੇਵਾ ਕਰਦਾ, ਪ੍ਰਸ਼ਾਦੇ ਛਕਾਉਂਦਾ। ਪ੍ਰਸ਼ਾਦਾ ਗੁਰੂ ਨਾਨਕ ਦਾ ਹੈ, ਸਿਰਫ ਸੇਵਾ ਹੀ ਮਿਲਣੀ ਹੈ ਸਾਨੂੰ। ਤਾਂ ਚੱਕ ਕੇ ਪ੍ਰਸ਼ਾਦਾ ਸੰਗਤ ਦੇ ਹੱਥ 'ਤੇ ਰੱਖ ਦੇਣਾ ਸੇਵਾਦਾਰਾਂ ਨੇ। ਸੇਵਾਦਾਰਾਂ ਦੇ ਹੱਥਾਂ 'ਤੇ ਪ੍ਰਸ਼ਾਦੇ ਰੱਖਣੇ ਆ, ਦਾਲ ਪਾ ਦੇਣੀ ਆ। ਸੇਵਾਦਾਰਾਂ ਨੂੰ ਤਾਂ ਮੁਫਤ ਵਿੱਚ ਇਹ ਵਸਤੂ ਮਿਲਦੀ ਹੈ। ਇਹਦੇ ਵਿੱਚ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਜਿਨ੍ਹਾਂ ਦੀਆਂ ਸੇਵਾ 'ਤੇ ਗੁਰੂ ਖੁਸ਼ ਹੋਇਆ, ਉਹਨਾਂ ਦੀਆਂ ਸੇਵਾ ਤੋਂ ਅੱਜ ਵੀ ਇਤਿਹਾਸ ਜਾਣੂ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਮਨ ਲਾ ਕੇ ਸੇਵਾ ਕਰ ਲਵੇ ਨਿਸ਼ਕਾਮ ਭਾਵਨਾ, ਤਾਂ ਫਿਰ ਆਪੇ ਹੀ ਆ ਜਾਂਦੀ ਹੈ। ਨਿਸ਼ਕਾਮਤਾ ਨਾਲ ਸੇਵਾ ਕਰੇ, ਸ਼ਰਧਾ ਨਾਲ ਸੇਵਾ ਕਰ ਲਵੇ, ਨਿਸ਼ਕਾਮਤਾ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਰੱਬ ਦੀ ਪ੍ਰਾਪਤੀ ਦਾ ਵੀ ਰਸਤਾ ਨੇੜੇ ਹੋ ਜਾਂਦਾ। ਇਹ ਸੁੱਖ ਪ੍ਰਾਪਤ ਕਰਨ ਵਾਸਤੇ ਵੱਖਰੇ ਵੱਖਰੇ ਢੰਗ ਤਰੀਕੇ ਨਾਲ ਗੁਰੂਆਂ ਨੇ ਆਪਣੇ ਸੇਵਕਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡੀ ਕਿਰਪਾ ਕਰਕੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਹਰੇਕ ਮਹੀਨੇ ਵਿੱਚ ਜਦੋਂ ਮਹੀਨੇ ਬਾਅਦ ਸੰਗਤ ਆਵੇਗੀ, ਜਿੱਦਾਂ ਪੁਰਾਤਨ ਸਮਿਆਂ ਵਿੱਚ ਜਿਹੜੇ ਮਹਾਂਪੁਰਸ਼ ਹੁੰਦੇ ਸਨ, ਉਹ ਆਪਣੇ ਸੇਵਕਾਂ ਨੂੰ 12 ਸਾਲ ਬਾਅਦ ਇੱਕ ਗੱਲ ਦੱਸਦੇ ਹੁੰਦੇ ਸਨ। 12 साल रहे संतों की टोली, ਤਾਂ ਸਮਝੇ ਸੰਤों की एक बोली। 12 साल बाद एक गल दसनी, फिर 12 साल बाद दूजी गल दसनी। ਜੇ ਉਸ ਗੱਲ 'ਤੇ ਪਹਿਰਾ ਦੇ ਦੇਵੇ, ਬਾਕੀ ਗੱਲਾਂ ਆਪਣੇ ਆਪ ਹੀ ਅੰਦਰ ਵਸ ਜਾਂਦੀਆਂ। ਰਸਤਾ ਹੀ ਸਿੱਧਾ ਕਰਨਾ, ਇੱਕ ਮੋੜ ਤੋਂ ਸਿੱਧਾ ਕਰ ਦੇਣਾ, ਗੱਲ ਤਾਂ ਥੋੜ੍ਹੀ ਹੈ। ਅੱਗੇ ਮਨੁੱਖ ਨੂੰ ਮੰਜ਼ਿਲ ਆਪਣੇ ਆਪ ਹੀ ਮਿਲਦੀ ਰਹਿੰਦੀ ਹੈ। ਜਿੱਦਾਂ ਮਨੁੱਖ ਤੁਰਦਾ ਤੁਰਦਾ ਰਸਤੇ ਨੂੰ ਤੈਅ ਕਰਦਾ, ਮੋਹਰਲੀਆਂ ਚੀਜ਼ਾਂ ਆਪੇ ਦਿਸਦੀਆਂ ਰਹਿੰਦੀਆਂ, ਉਹ ਦਿਖਾਲਣੀਆਂ ਨਹੀਂ ਪੈਂਦੀਆਂ। ਰਸਤਾ ਹੀ ਦੱਸਣਾ ਪੈਂਦਾ। ਮੋਹਰੇ ਜੋ ਕੁਛ ਆਉਂਦਾ, ਮਕਾਨ, ਹੋਰ ਜੋ ਵੀ ਸਮੱਗਰੀ ਦਿਸਦੀ ਹੈ, ਉਹ ਤਾਂ ਜਦੋਂ ਮਨੁੱਖ ਉੱਥੇ ਪਹੁੰਚਦਾ ਉਹਨੂੰ ਆਪੇ ਹੀ ਦਿਸਣ ਲੱਗ ਜਾਂਦੀ ਆ। ਕੋਠੇ 'ਤੇ ਚੜ੍ਹਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਕੋਠੇ ਚੜ੍ਹ ਕੇ ਆਲਾ ਦੁਆਲਾ ਫਿਰ ਆਪੇ ਹੀ ਦਿਸਣ ਲੱਗ ਜਾਂਦਾ। ਜੇ ਕੋਈ ਕਹੇ ਵੀ ਉੱਪਰ ਚੜ੍ਹ ਕੇ ਆਲੇ ਦੁਆਲੇ ਦੇਖੀਏ ਕੀ ਹੈ, ਇੱਦਾਂ ਨਹੀਂ ਪਤਾ ਲੱਗਣਾ। ਕੋਠੇ ਦੀ ਪੌੜੀ ਚੜ੍ਹਨ ਵਾਸਤੇ ਪਹਿਲਾਂ ਕੋਈ ਗਿਆਨਵਾਨ ਦੱਸੂਗਾ ਵੀ ਪੌੜੀ ਲਿਆ, ਇਸ ਤਰੀਕੇ ਚੜ੍ਹਨਾ ਪਊਗਾ। ਸਰੀਰਕ ਬਲ ਲੱਗੇਗਾ, ਟਾਈਮ ਲੱਗੇਗਾ। ਉਹ ਤੋਂ ਚੜ੍ਹ ਕੇ ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਇਸੇ ਤਰ੍ਹਾਂ ਇਹ ਪੌੜੀਆਂ ਨੇ, ਅਵਸਥਾ ਨੇ ਹੌਲੀ ਹੌਲੀ ਪਰਮੇਸ਼ਰ ਤੱਕ ਪਹੁੰਚਣ ਦੀਆਂ। ਪਹਿਲੀ ਪੌੜੀ ਤਾਂ ਸੇਵਾ ਦੀ ਹੈ, ਹੁਕਮ ਮੰਨਣ ਦੀ ਹੈ, ਸੇਵਾ ਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਨੇ ਹੁਕਮ ਮੰਨਿਆ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕੀਤੀ ਹੈ। ਪਹਿਲੀ ਪੌੜੀ ਹੁਕਮ ਮੰਨਣ ਵਿੱਚ ਹੈ। ਹੁਕਮ ਮੰਨੇ ਤੋਂ ਬਿਨਾਂ ਸੇਵਾ ਕੀਤੀ ਨਹੀਂ ਜਾ ਸਕਦੀ। ਇੱਕ ਗੱਲ ਚੇਤਾ ਰੱਖਿਓ, ਸਾਰੇ ਤੁਸੀਂ ਸਿਆਣੇ, ਮੇਰੇ ਤੋਂ ਵਿਦਵਾਨ ਹੋ, ਮੇਰੇ ਤੋਂ ਸਿਆਣੇ ਵੀ ਹੋ। ਜਦੋਂ ਪਹਿਲੀ ਪੌੜੀ 'ਤੇ ਪੈਰ ਰੱਖੀਏ ਤਾਂ ਇੱਕ ਪੈਰ ਧਰਤੀ ਦੇ ਨਾਲ ਹੀ ਜੁੜਿਆ ਹੁੰਦਾ, ਦੂਜਾ ਪੈਰ ਪੌੜੀ 'ਤੇ ਹੁੰਦਾ। ਮਨੁੱਖ ਦਾ ਸੰਬੰਧ ਧਰਤੀ ਨਾਲੋਂ ਟੁੱਟਦਾ ਨਹੀਂ ਆ। ਜਦੋਂ ਮਨੁੱਖ ਹੁਕਮ ਮੰਨਦਾ, ਗੁਰੂਆਂ ਪੀਰਾਂ ਦਾ, ਪਹਿਲੀ ਪੌੜੀ 'ਤੇ ਪੈਰ ਰੱਖਦਾ, ਤਾਂ ਹਲੇ ਸੰਸਾਰ ਨਾਲੋਂ ਟੁੱਟਿਆ ਨਹੀਂ ਹੁੰਦਾ। ਇੱਕ ਪੈਰ ਪਹਿਲੀ ਪੌੜੀ 'ਤੇ, ਇੱਕ ਪੈਰ ਧਰਤੀ 'ਤੇ ਹੈ। ਜਦੋਂ ਧਰਤੀ ਤੋਂ ਪੈਰ ਚੱਕਣਾ ਤਾਂ ਉਹ ਪੈਰ ਚੱਕ ਕੇ ਤੀਜੀ ਪੌੜੀ 'ਤੇ, ਦੂਜੀ ਪੌੜੀ 'ਤੇ ਆਉਣਾ, ਅਤੇ ਮਨੁੱਖ ਧਰਤੀ ਤੋਂ ਉੱਚਾ ਉੱਠ ਜਾਂਦਾ, ਬਾਕੀ ਦੁਨੀਆ ਨਾਲੋਂ ਉੱਚਾ ਉੱਠ ਜਾਂਦਾ।
ਜਿਹੜੇ ਧਰਤੀ ਤੇ ਲੋਕ ਖੜੇ ਨੇ ਉਹਨਾਂ ਨੂੰ ਉੱਚਾ ਉੱਠ ਗਿਆ, ਸਾਰਿਆਂ ਨਾਲੋਂ ਉੱਚਾ ਉੱਠ ਗਿਆ। ਇੱਕ ਹੁਕਮ ਮੰਨਣ ਵਾਲੀ ਪੌੜੀ ਤੇ ਦੂਜੀ ਪੌੜੀ ਹੈ ਸੇਵਾ ਦੀ। ਜਦੋਂ ਮਨੁੱਖ ਸੇਵਾ ਵਿੱਚ ਪ੍ਰਵਿਰਤ ਹੋ ਗਿਆ, ਦੂਜੇ ਲੋਕਾਂ ਨਾਲੋਂ, ਸੰਸਾਰੀ ਲੋਕਾਂ ਨਾਲੋਂ ਉਹ ਉੱਚਾ ਅਵਸਥਾ ਵਿੱਚ ਚਲੇ ਗਿਆ। ਬਾਕੀ ਥੱਲੇ ਧਰਤੀ ਤੇ ਘੁੰਮਦੇ ਆ, ਉਹ ਉੱਚੀ ਜਗ੍ਹਾ ਤੇ ਚਲੇ ਗਿਆ। ਫਿਰ ਇੱਕ ਪੈਰ ਉਹਦਾ ਪਹਿਲੀ ਪੌੜੀ ਤੇ, ਇੱਕ ਦੂਜੀ ਤੇ ਆ। ਦੂਜੀ ਪੌੜੀ ਤੇ ਪਹਿਲੀ ਪੌੜੀ ਤੇ ਹੁਕਮ ਮੰਨਣਾ ਤੇ ਦੂਜੀ ਤੇ ਫਿਰ ਸੇਵਾ ਕਰਨੀ। ਇਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਮਹੀਨੇ ਦੇ ਅੰਦਰ ਹਿੰਦੂ ਲੋਕ ਵੀ, ਬਹੁਤ ਸਾਰੇ ਗੁਰਸਿੱਖ ਵੀ, ਅੱਜ ਬਹੁਤ ਸਾਰੇ ਮੁਕਤਸਰ ਕਈਆਂ ਨੇ ਇਸ਼ਨਾਨ ਕੀਤਾ ਹੈ। ਬਹੁਤ ਸਾਰੇ ਸੰਗਤਾਂ ਨੇ ਧਾਰਮਿਕ ਸਥਾਨਾਂ 'ਤੇ ਜਿੱਥੇ ਜਿੱਥੇ ਪਵਿੱਤਰ ਸਥਾਨ ਨੇ ਉੱਥੇ ਉੱਥੇ ਆਪਣੇ ਸਰੀਰ ਨੂੰ ਪਾਣੀ ਨਾਲ ਸਪਰਸ਼ ਕਰਕੇ ਪਵਿੱਤਰ ਕੀਤਾ ਹੈ। ਪਵਿੱਤਰ ਨਦੀਆਂ ਸਰੀਰਾਂ ਨੂੰ ਪਵਿੱਤਰ ਕਰਦੀਆਂ ਨੇ ਅਤੇ ਸਰੀਰ ਦੇ ਜਿਹੜੇ ਪਾਪ ਕਰਮ, ਜੇ ਕੋਈ ਸ਼ਰਧਾ ਦੇ ਨਾਲ ਜਾਵੇ ਤਾਂ ਜ਼ਰੂਰ ਪਾਪ ਕਰਮ ਉਤਰ ਜਾਂਦੇ। ਜੇ ਨਾ ਉਤਰਦੇ ਹੁੰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖਣਾ ਨਹੀਂ ਸੀ, ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ ਵੀ ਤੀਰਥਾਂ 'ਤੇ ਜਾ ਕੇ ਕੋਈ ਫਲ ਨਹੀਂ ਮਿਲਦਾ। ਫਲ ਮਿਲ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਹ ਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਤੀਰਥਾਂ 'ਤੇ ਜਾਣ ਦਾ ਲਾਭ ਹੈ। ਪੈਸੇ ਖਰਚ ਕੇ ਜਾਵੇਗਾ ਮਨੁੱਖ, ਸਰੀਰਕ ਬਲ ਲੱਗੇਗਾ, ਟਾਈਮ ਖਰਾਬ ਕਰੇਗਾ। ਸ਼ਰਧਾ ਭਾਵਨਾ ਨਾਲ ਜਾਵੇ, ਉੱਥੇ ਜਾਣ ਦਾ ਫਲ ਹੈ। ਵਰਤ ਰੱਖਣ ਦਾ ਫਲ ਹੈ, ਦਾਨ ਕਰਨ ਦਾ ਫਲ ਹੈ। ਅਗਰ ਮਨ ਵਿੱਚ ਹੰਕਾਰ ਬਿਰਤੀ ਹੈ, ਮੈਂ 20 ਵਾਰ ਹਜ਼ੂਰ ਸਾਹਿਬ ਜਾ ਆਇਆ, ਮੈਂ ਇੰਨੀ ਵਾਰ ਫਲਾਣੇ ਥਾਂ ਜਾ ਆਇਆ, ਸੂਖਮ ਰੂਪ ਦੇ ਵਿੱਚ ਅੰਦਰ ਹੰਕਾਰ ਮਾੜੀ ਮੋਟੀ ਵੀ ਆ ਜਾਵੇ। ਹਵਾ ਟਿਊਬ ਵਿੱਚ ਭਰਨੇ ਨੂੰ ਦੇਰ ਲੱਗਦੀ ਹੈ, ਮਾੜੀ ਜਿਹੀ ਸੂਈ ਮਾਰ ਦਈਏ ਨਿਕਲਣੇ ਨੂੰ ਦੇਰ ਨਹੀਂ ਲੱਗਦੀ। ਆੜ ਵਿੱਚ ਪਾਣੀ ਭਰਨੇ ਨੂੰ ਦੇਰ ਲੱਗਦਾ, ਜੇ ਨੱਕਾ ਵੱਢ ਦਈਏ ਨਿਕਲਣੇ ਨੂੰ ਦੇਰ ਨਹੀਂ ਲੱਗਦੀ, ਨਿਕਲ ਛੇਤੀ ਜਾਂਦਾ। ਪੁੰਨ ਬਣਾਉਣ ਨੂੰ ਦੇਰ ਲੱਗਦੀ ਆ, ਖਤਮ ਹੋਣ ਨੂੰ ਦੇਰ ਨਹੀਂ ਲੱਗਦੀ। ਮਾੜਾ ਮੋਟਾ ਪਾਪ ਕਰਮ ਸੂਖਮ ਆਕਾਰ ਦੇ ਵਿੱਚ ਅੰਦਰ ਹਉਮੈ ਆ ਜਾਵੇ, ਸਾਰਾ ਕੁਛ ਹੀ ਖਤਮ ਹੋ ਜਾਂਦਾ ਹੈ। ਮਹਾਰਾਜ ਗੁਰੂ ਕਿਰਪਾ ਕਰੇ, ਹੰਕਾਰ ਬਿਰਤੀ ਦੀ ਨਿਮਰਤੀ ਮਨ ਦੇ ਅੰਦਰ ਉਤਰਾ ਚੜਾ ਨਾ ਆਵੇ ਅਤੇ ਨੀਵੇਂ ਪਾਸੇ ਹੀ ਪਾਣੀ ਰਹਿੰਦਾ। ਪਾਣੀ ਕਦੀ ਉੱਚੇ ਪਾਸੇ ਨੂੰ ਨਹੀਂ ਜਾਂਦਾ। ਪਾਣੀ ਨੂੰ ਕਹਿਣ ਨਹੀਂ ਜਾਂਦਾ ਕੋਈ ਇੱਧਰ ਨੂੰ ਚਲੇ ਜਾ, ਨਾ ਕਿਸੇ ਦੇ ਕਿਹਾ ਮੁੜਦਾ ਏ। ਜਿੱਦਾਂ ਪਾਣੀ ਦਾ ਸੁਭਾਅ ਹੈ, ਪਰਮੇਸ਼ਰ ਦਾ ਸੁਭਾਅ ਵੀ ਇਹੀ ਹੈ, ਉਹ ਵੀ ਕਿਸੇ ਦੇ ਕਿਹਾ ਮੁੜਦਾ ਨਹੀਂ ਹੈ। ਜੇ ਕੋਈ ਕਹੇ ਜੀ ਇਹ ਰਾਜਾ ਤੁਹਾਡੇ ਦਰ ਨੂੰ ਮੁੜਦਾ ਥੋੜ੍ਹਾ ਹੈ, ਉਹਨੇ ਤਾਂ ਨੀਵਾਂ ਦੇਖਣਾ। ਜਿਹੜਾ ਮਨ ਕਰਕੇ ਨੀਵਾਂ ਹੈ, ਮਨ ਦੇ ਅੰਦਰੋਂ ਹੰਕਾਰ ਦੀ ਨਿਵਰਤੀ ਹੈ। ਮਹਾਰਾਜ ਮੇਰੇ ਵਰਗਾ ਹਮ ਸਰ ਦੀਨ ਦਿਆਲ ਨਾ ਤੁਮ ਸਰ। ਮਹਾਰਾਜ ਸਾਡੇ ਵਰਗਾ ਕੋਈ ਦੀਨ ਨਹੀਂ, ਤੁਹਾਡੇ ਵਰਗਾ ਦਿਆਲ ਕੋਈ ਨਹੀਂ ਹੈ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਪਾਵ ਡੁੱਬਦੇ ਪੱਥਰ ਤਾਰੇ। ਮਹਾਰਾਜ ਸਮੁੰਦਰ ਦੇ ਪਾਣੀ ਦੀ ਗਿਣਤੀ ਨਹੀਂ ਹੈ, ਸਾਡੇ ਪਾਪਾਂ ਦੀ ਔਗਣਾਂ ਦੀ ਗਿਣਤੀ ਨਹੀਂ ਹੈ। ਜੇ ਕੋਈ ਕਹੇ ਮੈਂ ਪਾਪ ਕਰਮ ਕਰਦਾ ਨਹੀਂ ਹੈ, ਸਾਰੇ ਇੰਦਰੇ ਪਾਪ ਕਰਮ ਦੇ ਨਾਲ ਹੀ ਜੁੜੇ ਹੋਏ ਨੇ। ਜਿਹਦਾ ਜੇਕਰ ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਅਗਰ ਮਨ ਲੋਭ ਨਾਲ ਜੁੜ ਗਿਆ ਤੇ ਪਾਪ ਕਰਮ ਵੱਲ ਨੂੰ ਤੁਰ ਪਿਆ। ਅਗਰ ਜੀਭ ਝੂਠ ਬੋਲਣ ਲੱਗ ਗਈ, ਪਾਪ ਕਰਮ ਵੱਲ ਨੂੰ ਤੁਰ ਪਈ। ਕੰਨ ਨਿੰਦਿਆ ਚੁਗਲੀ ਸੁਣਨ ਲੱਗ ਗਏ, ਪਾਪ ਕਰਮ ਵੱਲ ਨੂੰ ਤੁਰ ਪਏ। ਇੱਥੋਂ ਸ਼ੁਰੂਆਤ ਹੈ ਇਹਨਾਂ ਦੀ। ਕਹਿੰਦੇ ਇਹਨਾਂ ਤੋਂ ਮਨੁੱਖ ਕਿਨਾਰਾ ਕਰੇ, ਬਚਣ ਦੀ ਕੋਸ਼ਿਸ਼ ਕਰੇ। ਮਨ ਕਾ ਸੂਤਕ ਲੋਭ ਹੈ, ਜੇਬਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ, ਪਰ ਤਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ, ਤੁਮਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਕਹਿੰਦੇ ਇਹ ਕਰਮ ਮਨੁੱਖ ਦੇ ਅੰਦਰ ਹੋਣ ਤੇ ਸਿੱਧਾ ਜੰਪੁਰੀ ਨੂੰ ਚਲਿਆ ਜਾਂਦਾ।
इन्हां गल्लां नूं अंदरों कड्ढण वास्ते, इन्हां दी निवृत्ति करन वास्ते गुरुआं पीरां ने जिद्दां पेट दर्द हुंदा है, डॉक्टर को जांदा है, वो डॉक्टर नूं समझाउंदा यह काम नहीं करना। जे तो वह बच गया तो फिर हट जाता, नहीं तो ये अपनी मर्जी करे, उसकी मर्जी है। जिदा महापुरुषों ने एक प्रमाण दिता, कहते भाई किसी के पेट च दर्द हुंदी सी, वो दर्द हुंदी सी, डॉक्टर दे चलिया गया, डॉक्टर कहंदा, डॉक्टर नूं कहण लगा जी मेरे पेट विच दर्द हुंदी है। वो डॉक्टर ने फट्टा जिहड़ा बनाया सी, कहंदे लम्मे पाओ। डॉक्टर ने पेट नूं देखिया, टोया, देख के डॉक्टर कहण लग्या भी खाधा की सी। वो मोरे मरीज बोलिया, कहंदा जी मैं बैंगन सी पक्के वो खा लए। तो डॉक्टर कहंदा ठीक है, तेरी बीमारी लभ ली। डॉक्टर कहंदा मैं, उन्हें दवाई लिया के मरीज दी अखां विच पाउण लग गया। वो कहंदा जी डॉक्टर साहब दुखदा तो मेरा ढिड है। वो कहंदे तेरियां अखां च नुक्स है, तैनूं पता नहीं लग्या बैंगन पक्के हो कि नरम है। जे मैं तेन दवाई देती तेरा ढिड हुण हट जाना, तैं फिर जाके पुट्ठी सीधी चीज़ खा लैनी है, फिर तेरा ढिड दुखण लग पैना। मैं पहला इलाज तेरियां अखां दा करां, देख के खाऊंगा, हुण तां मैं हटा देनी तेरी दर्द। पक्की दर्द तां हटनी है जदों तूं तेरियां अखां दा नुक्स दूर हो जाना। ਇਹਦਾ पक्का दुख तां दूर हो जाना, मन के अंदरों लोभ की अवस्था निकलनी है, जीभ तो झूठ हटना। एक बार तो गुरु के दरवाजे ते आके कुछ ना कुछ, एक बार ढिड दुखदा तो हट जूगा, पर मुड़ के फिर दुखण लग जाता। ਉਹਦਾ मूल की है? मूल साहिबा ने दसिया, मूल मन का सूतक लोभ है। सूतक कहते पैदा होने नूं, उतों मुड़ के फिर बीमारी खड़ी हो जाती है। उस बीमारी नूं निवृत्त करने वास्ते गुरुआं पीरां ने, महापुरखों ने कहा भी जे तू यह गल ना करेगा तो तैनूं यह भुगतना नहीं पवेगा। तू यह काम ना करिया कर, झूठ ना बोलिया कर, पराए रूप नूं विकार की भावना नाल ना देखिया कर, लोकां नूं निंदिया चुगली अपने अंदर, लोकां दे पाप कर्म, लोकां दा माड़ापण अपने कन्नां राहीं सुन के अपने अंदर बाड़ लेना। जो किसी के औगण नूं कहंदे तू अंदर नगावेगा, तेरे अंदर मैल छड्ड के जावेगा। गंदी चीज़ जिथे रख दो अपना गंदापन छड्ड जाती है। जो किसी के औगण तुसीं अंदरों नगाउने हो, अपना औगण छड्ड जाते, अंदर असर कर जाते हैं। तां गुरु अर्जन देव महाराज ने इस महीने में वड्डी किरपा की है, तरीका दसिया है, संसार के लोगों नूं ढंग दसिया है भी जे तुसीं सुखां की प्राप्ति करनी, इन्हां चीज़ों तो छुटना एक तरीका सौखा है। वो तरीका की है? जिहड़ा जानकीर पुरख है उहदे मगर तुर पवे, उस पुरुष के मगर लग जाए। अखां का रोगी है, अखां के डॉक्टर को चले जाता, पेट का रोगी है तो पेट के डॉक्टर को चले जाता, हड्डियां का कोई किसी ने बीमारी हड्डियां के डॉक्टर को चले जाता, हार्ट का मरीज है हार्ट के डॉक्टर को चले जाता। इस तरह आत्मा का रोगी है कोई, वो आत्मा के जिहड़ा इलाज करता है उहदे कोल चले जाए। जिन्हें अपनी आत्मा, जिहदी आत्मा नूं रोग कोई नहीं है, जिहदी आत्मा परम पवित्र है, जिहड़ी आत्मा दे बचन कीतियां मनुखां दे पाप कर्म खत्म हो जाते हैं, जिहड़ी आत्मा संसार में पूजण योग है, उस आत्मा के कोल जाके तू यह काम कर। तो गुरु अर्जन देव महाराज ने इस महीने में यह बख्शिश किया है, माघ मजन संग साधु। मजन कहते इशनान नूं, जल के मजन जे गत होवे, नित नित मेढक नहावै। मिले जे तीर्थ नातियां जल डड्डा बासी, मिले जे तीर्थ नातियां जल डड्डा बासी,
ਮੜੀ ਮਸਾਣੀ ਜੇ ਬਾਲ ਵਧਾਏ ਜੇ ਮਿਲੇ ਬੜ ਜਣਾ ਪਲਾਸੀ, ਹੋਏ ਕਚੀਰ ਪਰਤੀਏ ਖਰਖੇ ਨਿਵਾਸੀ, ਗੁਰਬਿਨ ਮੁਕਤ ਨਾ ਹੋਵੇ ਗੁਰ ਮਿਲੇ ਖਲਾਸੀ। ਭਾਈ ਗੁਰਦਾਸ ਜੀ ਨੇ ਲਿਖਿਆ। ਨਾਵਣ ਦਾ ਤਾਂ ਹੁਣ ਡੱਡੂ ਮੱਛੀ ਉੱਥੇ ਹੀ ਜਿੱਥੇ ਆਪਾਂ ਇਸ਼ਨਾਨ ਕਰਨ ਜਾਂਦੇ ਮੱਛੀਆਂ ਵਿੱਚ ਹੀ ਹੈ, ਉਹ ਮੁਕਤ ਨਹੀਂ ਹੋਈਆਂ। ਉਸ ਇਸ਼ਨਾਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ। ਮਾਘ ਮੱਜਨ, ਮਾਘ ਦੇ ਮਹੀਨੇ ਵਿੱਚ ਇਸ਼ਨਾਨ ਕਰਨਾ। ਮਾਘ ਮੱਜਨ ਸੰਗ ਸਾਧੂਆਂ, ਸਾਧੂਆਂ ਦੀ ਸੰਗਤ ਕਰਿਆ ਕਰ ਕਹਿੰਦੇ। ਸਾਧੂਆਂ ਦੀ ਸੰਗਤ ਦੀ ਧੂੜੀ ਦਾ ਇਸ਼ਨਾਨ ਕਰ, ਪਵਿੱਤਰ ਸਰੀਰਾਂ ਦੇ ਨੇੜੇ ਰਹਿ। ਧੂੜੀ ਦਾ ਇਸ਼ਨਾਨ ਦਾ ਮਤਲਬ ਹੈ ਸਾਧੂ ਦੇ ਹੱਥ ਵੀ ਪਵਿੱਤਰ ਹੈ, ਜੀਭ ਵੀ ਪਵਿੱਤਰ ਹੈ, ਉਹਦੀ ਦ੍ਰਿਸ਼ਟੀ ਵੀ ਪਵਿੱਤਰ ਹੈ, ਉਹਦਾ ਸਰੀਰ ਪਵਿੱਤਰ ਹੈ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਭਾਈ ਜੀ ਸਾਡੇ ਘਰ ਚਰਨ ਪਾਇਓ, ਕਦੀ ਕਿਸੇ ਨੂੰ ਕਿਹਾ ਵੀ ਸਾਡੇ ਘਰ ਸਿਰ ਪਾਓ ਜੀ, ਸਾਡੇ ਘਰ ਬਾਂਹ ਪਾਇਓ ਜੀ, ਸਾਡੇ ਘਰ ਲੱਤ ਪਾਇਓ ਜੀ। ਨਾਲੇ ਸਾਰੇ ਸਰੀਰ 'ਚੋਂ ਸ੍ਰੇਸ਼ਟ ਅੰਗ ਇੱਕ ਦਿਮਾਗ ਹੈ, ਸਿਰ ਸਭ ਤੋਂ ਉੱਚੇ ਹੈ, ਔਰ ਸਿਰ 'ਤੇ ਮਨੁੱਖ ਗੰਦੀ ਚੀਜ਼ ਡਿੱਗਣ ਨਹੀਂ ਦਿੰਦਾ। ਲੱਤਾਂ ਪੈਰਾਂ 'ਤੇ ਡਿੱਗ ਪੈਂਦੀ ਹੈ, ਪੈਰਾਂ 'ਤੇ ਗੰਦ ਵੀ ਡਿੱਗ ਪੈਂਦਾ ਹੈ, ਪੈਰ ਗੰਦੇ ਪਾਣੀ 'ਚ ਵੀ ਲੰਘਦੇ ਆ, ਪੈਰ ਗੰਦੇ ਵਿੱਚ ਲਿਬੜ ਵੀ ਜਾਂਦੇ ਆ। ਪਰ ਕਦੀ ਕਿਸੇ ਨੇ ਕਿਹਾ ਨਹੀਂ ਸਾਡੇ ਘਰ ਸਿਰ ਪਾਇਓ ਜੀ ਆਪਣਾ, ਕਹਿੰਦੇ ਸਾਡੇ ਘਰ ਚਰਨ ਪਾਇਓ ਜੀ। ਚਰਨ ਜਦ ਪਾਵਾਂਗੇ, ਚਰਨਾਂ ਤੇ ਧੂੜੀ, ਉਹ ਚਰਨ ਧੂੜੀ ਵਿੱਚ ਹੀ ਹੁੰਦੇ ਆ। ਉਹ ਧੂੜੀ ਉਸ ਮਨੁੱਖ 'ਤੇ ਪੈਂਦੀ ਹੈ ਜਿਹੜਾ ਮਗਰ ਤੁਰਦਾ ਹੋਵੇ, ਮੋਹਰੇ ਜਾਂਦੇ ਤੇ ਧੂੜੀ ਕਦੀ ਨਹੀਂ ਪੈਂਦੀ। ਇੱਕ ਮਨੁੱਖ ਲੰਘ ਗਿਆ ਤੇ ਮਗਰ ਆਉਣ ਵਾਲਾ ਆ ਰਿਹਾ, ਧੂੜੀ ਉਹਦੇ ਉੱਤੇ ਪੈ ਗਈ। ਜਿਸ ਮਾਰਗ 'ਤੇ ਮਹਾਂਪੁਰਸ਼ ਗਏ ਹੈ, ਜਿਸ ਮਾਰਗ 'ਤੇ ਮਹਾਂਪੁਰਸ਼ਾਂ ਨੇ ਚੱਲ ਕੇ ਅਵਸਥਾ ਪ੍ਰਾਪਤ ਕੀਤੀ ਹੈ, ਉਹ ਇਸ਼ਨਾਨ ਕਰ। ਜਿੱਥੇ ਮਹਾਂਪੁਰਸ਼ਾਂ ਨੇ ਚਰਨ ਪਾਏ ਹੈ, ਤੀਰਥਾਂ ਨੂੰ ਪਵਿੱਤਰ ਕੀਤਾ, ਉੱਥੇ ਜਾ ਕੇ ਇਸ਼ਨਾਨ ਕਰ, ਤੈਨੂੰ ਵੀ ਪਵਿੱਤਰਤਾ ਹੀ ਮਿਲੇਗੀ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਦੇ ਜਮ ਤੇ ਛੁੱਟੇ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਜਿਹੜਾ ਸਿਮਰਨ ਦੇ ਨਾਲ ਜਾਂਦਾ ਉਹਨੂੰ ਤੀਰਥ ਘਰ ਵਿੱਚ ਆ ਕੇ ਇਸ਼ਨਾਨ ਕਰਾ ਜਾਂਦੇ ਆ। ਗੰਗਸਰ ਅਸਥਾਨ ਹੈ ਕਰਤਾਰਪੁਰ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਇਆ ਹੈ। ਬਹੁਤ ਸਾਰੇ ਲੋਕ ਗੰਗਾ ਨੂੰ ਜਾ ਰਹੇ ਸਨ ਇਸ਼ਨਾਨ ਕਰਨ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬ੍ਰਾਹਮਣ ਨੂੰ ਕਿਹਾ, ਭਾਈ ਉੱਥੇ ਗੰਗਾ ਇਸ਼ਨਾਨ ਕਰਨ ਚੱਲਿਆ, ਸਾਡਾ ਇੱਕ ਗੜਬਾ ਗੰਗਾ ਜਲ ਦਾ ਭਰ ਕੇ ਲੈ ਆਈ। ਉਹ ਬ੍ਰਾਹਮਣ ਉੱਥੇ ਗਿਆ। ਬ੍ਰਾਹਮਣ ਗੰਗਾ ਇਸ਼ਨਾਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਗੜਬਾ ਸੀ, ਜਦੋਂ ਜਲ ਨਾ ਭਰਨ ਲੱਗਿਆ, ਜਲ ਦਾ ਵੇਗ ਤੇਜ਼ ਸੀ, ਉਹ ਗੜਬਾ ਰੁੜ ਗਿਆ। ਬ੍ਰਾਹਮਣ ਮੁੜ ਕੇ ਆ ਕੇ ਕਹਿਣ ਲੱਗਾ, ਮਹਾਰਾਜ ਗੜਬਾ ਤਾਂ ਰੁੜ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਉੱਥੋਂ ਹੀ ਜਿਹੜਾ ਖੂਹ ਸੀ ਉਹਦੇ ਵਿੱਚੋਂ ਗੜਬਾ ਕੱਢ ਦਿੱਤਾ। ਕਹਿੰਦੇ ਗੰਗਾ ਇੱਥੇ ਹੀ ਫੜਾ ਗਈ ਸੀ। ਤੀਰਥ ਜਿਹੜੇ ਆ ਸਾਧੂਆਂ ਦੇ ਚਰਨਾਂ ਵਿੱਚ ਆਪੇ ਹੀ ਪਹੁੰਚ ਜਾਂਦੇ ਆ। ਬਾਬਾ ਰਵਿਦਾਸ ਜੀ ਮਹਾਰਾਜ ਨੇ ਕੋਲੋਂ ਹੀ ਪੱਥਰੀ ਗੰਗਾ ਦਾ ਜਲ ਦੇ ਦਿੱਤਾ ਸੀ, ਕੋਲੋਂ ਜਲ ਕੱਢ ਕੇ ਦੇ ਦਿੱਤਾ। ਗੰਗਾ ਨੂੰ ਦਮੜੀ ਭੇਜੀ, ਕਹਿੰਦੇ ਮੇਰੀ ਵੀ ਇੱਕ ਦਮੜੀ ਦੇ ਦੀ। ਬ੍ਰਾਹਮਣ ਨੇ ਜੁੱਤੀ ਕਢਾਈ ਤੇ ਕਹਿਣ ਲੱਗੇ ਕਿੱਥੇ ਚੱਲੇ ਆ? ਕਹਿੰਦੇ ਗੰਗਾ ਇਸ਼ਨਾਨ। ਕਹਿੰਦੇ ਮੇਰੀ ਵੀ ਇੱਕ ਦਮੜੀ ਗੰਗਾ ਨੂੰ ਦੇ ਦੀ, ਪਰ ਦੇਈ ਜੇ ਹੱਥ ਕੱਢ ਕੇ ਲਊਗੀ ਤਾਂ ਦੇਈ ਨਾ, ਮੋੜ ਕੇ ਲੈ ਆਈ। ਬ੍ਰਾਹਮਣ ਨੇ ਇਸ਼ਨਾਨ ਕਰਕੇ ਉਹ ਦਮੜੀ ਭਗਤ ਰਵਿਦਾਸ ਜੀ ਦੀ ਕੱਢ ਕੇ ਗੰਗਾ ਦੇ ਕੰਢੇ 'ਤੇ, ਉਹਨੂੰ ਸ਼ਰਧਾ ਤਾਂ ਹੈ ਨਹੀਂ ਸੀ, ਉਹਨੇ ਕਿਹਾ ਚਮਾਰਾਂ ਦੀ ਦਮੜੀ ਕਿੱਥੋਂ ਲੈਣੀ ਆ? ਉਹਨੇ ਕਹਿੰਦਾ ਇਹ ਗੰਗਾ ਮਈਆ, ਇੱਕ ਚਮਾਰ ਰਵਿਦਾਸ ਨੇ ਵੀ ਦਮੜੀ ਭੇਜੀ ਆ, ਕਹਿੰਦਾ ਜੇ ਹੱਥ ਕੱਢ ਕੇ ਲਊਗੀ ਤਾਂ ਦੇ ਦੀ, ਨਹੀਂ ਤਾਂ ਨਾ ਦੇਈ। ਉਹਨੇ ਉਸੇ ਵੇਲੇ ਚੂੜੇ ਵਾਲਾ ਬਾਂਹ ਬਾਹਰ ਕੱਢੀ ਹੈ ਗੰਗਾ ਵਿੱਚੋਂ। ਅੱਜ ਤੱਕ ਦੁਨੀਆ ਵਿੱਚ ਇਤਿਹਾਸ ਵਿੱਚ ਕਿਤੇ ਨਹੀਂ ਗੰਗਾ ਨੇ ਕਿਸੇ ਦੀ ਬਾਂਹ ਕੱਢ ਕੇ ਭੇਟਾ ਲਈ ਹੋਵੇ। ਬਾਬੇ ਰਵਿਦਾਸ ਦੀ ਦਮੜੀ ਫੜ ਲਈ ਔਰ ਫਿਰ ਇੱਕ ਕੰਗਣ ਦਿੱਤਾ, ਕਹਿੰਦੇ ਮੇਰੀ ਵੀ ਭੇਟਾ ਦੇ ਦੇਈ ਭਗਤ ਜੀ ਨੂੰ। ਬ੍ਰਾਹਮਣ ਬੇਈਮਾਨ ਹੋ ਗਿਆ,
ਆ ਕੇ ਉਹ ਜਿਹੜਾ ਕੰਗਣ ਸੀ ਦਿੱਤਾ ਨਾ, ਉਹਨੇ ਕਿਹਾ ਉਹਨੂੰ ਕੀ ਪਤਾ। ਉਹ ਬ੍ਰਾਹਮਣੀ ਪਾ ਕੇ ਰਾਤ ਨੂੰ ਬਾਹਰ ਪਈ ਆ, ਲਾਈਟ ਉਹਦੀ ਇੰਨੀ ਹੈ ਕਿ ਪਤਾ ਲੱਗਦਾ ਕੁਝ ਜਗਦਿਆ ਹਨੇਰੇ ਵਿੱਚ। ਰਾਣੀ ਨੇ ਦੇਖਿਆ ਲਾਈਟ ਪੈਂਦੀ, ਕਹੇ ਪਤਾ ਕਰੋ ਕਾਹਦੀ ਲਾਈਟ ਹੈ। ਇੱਕ ਬ੍ਰਾਹਮਣੀ ਨੇ ਕੰਗਣ ਪਾਇਆ ਹੋਇਆ। ਰਾਜੇ ਨੇ ਸੱਦਿਆ, ਕਿਹਾ ਕੰਗਣ ਲਿਆਓ। ਕੰਗਣ ਕਿੱਥੋਂ ਲਿਆਇਆ? ਕਹਿਣ ਲੱਗਾ ਜੀ ਮੇਰਾ ਤਾਂ ਨਹੀਂ ਹੈ, ਮੈਂ ਤਾਂ ਕਿਸੇ ਦਾ ਕੰਗਣ ਸੀ ਮੇਰੇ ਕੋਲ। ਉਹ ਰਾਣੀ ਕਹਿੰਦੀ ਇਹ ਨਾਲ ਦਾ ਦੂਜਾ ਲਿਆਓ। ਉਹਨੇ ਪੰਡਤ ਨੂੰ ਸਖਤੀ ਕੀਤੀ, ਕਹਿੰਦੇ ਇਹਦੇ ਨਾਲ ਦਾ ਦੂਜਾ ਕੰਗਣ ਲਿਆ, ਕਿੱਥੋਂ ਲੈ ਕੇ ਆਇਆ? ਉਹਨੂੰ ਵੀ ਸੱਚੋ ਸੱਚ ਦੱਸਣਾ ਪਿਆ। ਕਹਿੰਦੇ ਗੰਗਾ ਜੀ ਨੇ ਦਿੱਤਾ ਸੀ, ਭਗਤ ਜੀ ਦੀ ਭੇਟਾ, ਮੈਂ ਚੋਰੀ ਰੱਖ ਲਈ ਸੀ। ਉਸ ਵੇਲੇ ਬਾਬਾ ਰਵਿਦਾਸ ਜੀ ਦੇ ਕੋਲ ਰਾਜਾ ਗਿਆ। ਉੱਥੇ ਆਪਣੇ ਪਾਣੀ ਵਾਲਾ ਜਿਹੜਾ ਉਹਨਾਂ ਦੇ ਕੋਲ ਪਿਆ ਸੀ, ਜਿਹਦੇ ਵਿੱਚ ਜੁੱਤੀਆਂ ਜੱਤੀਆਂ ਪੈਂਦੇ ਸੀ, ਉੱਥੇ ਹੀ ਕੰਗਣ ਕੱਢ ਕੇ ਦੂਜਾ ਦੇ ਦਿੱਤਾ। ਜਿਹੜੇ ਤੀਰਥ ਹੈ ਉਹ ਸਾਧੂਆਂ ਦੀ ਤੂੜੀ ਲੋਚਦੇ ਆ। ਇਹ ਸਭ ਤੋਂ ਪਵਿੱਤਰ ਸਰੀਰ ਇਹਨਾਂ ਦੇ ਗਿਣੇ ਆ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹ ਵੱਖਰੀ ਗੱਲ ਹੈ, ਸ਼ਰਧਾਹੀਣ ਦੁਨੀਆ ਬੜੀ ਹੈ, ਜਿਨ੍ਹਾਂ ਨੂੰ ਪਤਾ ਨਹੀਂ ਪਏ ਕੀ ਗਿਆਨ ਤਾਂ ਪਤਾ ਹੀ ਨਹੀਂ ਹੈ, ਸਿੱਧੇ ਤੁਰ ਪਏ। ਉਹਨੇ ਕਿਹਾ ਬੰਦਾ ਤਾਂ ਨਹੀਂ ਰੱਬ ਬਣ ਸਕਦਾ ਗੁਰਮੁਖੋ, ਬੰਦੇ ਦੇ ਰੂਪ 'ਚ ਹੀ ਰੱਬ ਆਇਆ। ਭਗਤ ਦੇਖ ਲਓ ਬੰਦੇ ਦੇ ਰੂਪ 'ਚ ਆਏ ਆ, ਜਿੰਨੇ ਗੁਰੂ ਆਏ ਆ ਬੰਦੇ ਦੇ ਰੂਪ ਵਿੱਚ ਆਏ ਆ, ਰੱਬ ਬਣ ਕੇ ਹੀ ਆਏ ਆ। ਉਹਨਾਂ ਦਾ ਇਸ਼ਨਾਨ, ਉਹਨਾਂ ਦਾ ਬਚਨ ਮੰਨਣਾ, ਉਹਨਾਂ ਦੇ ਮਗਰ ਤੁਰਨਾ, ਉਹਨਾਂ ਦੇ ਕਹੇ ਮੁਤਾਬਕ ਜੀਵਨ ਦੇ ਵਿਸ਼ਵਾਸਾਂ ਨੂੰ ਪੂਰੇ ਕਰਨਾ, ਇਹਨੂੰ ਕਹਿੰਦੇ ਆ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜੇ ਮਨੁੱਖ ਇਸ ਧੂੜੀ ਦੀ ਪ੍ਰਾਪਤੀ ਕਰ ਜਾਵੇ, ਜਿਨ੍ਹਾਂ ਦੇ ਸਥਾਨ 'ਤੇ ਤੁਸੀਂ ਬੈਠੇ ਹੋ, ਇਹ ਵੱਖਰੇ ਵੱਖਰੇ ਤੀਰਥਾਂ 'ਤੇ ਜਾਂਦੇ ਹੁੰਦੇ ਸਨ। ਭਾਦੋਂ ਦੀ ਮੱਸਿਆ ਤਰਨ ਤਾਰਨ ਜਾਂਦੇ ਹੁੰਦੇ ਸਨ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਰੱਬ ਜੀ ਭਾਦੋਂ ਦੀ ਮੱਸਿਆ 'ਤੇ ਤਰਨ ਤਾਰਨ ਜਾਇਆ ਕਰ, ਇਹ ਤੀਰਥ ਤੁਹਾਡੀ ਧੂੜੀ ਲੋਚਦੇ ਆ। ਇੱਕ ਵਾਰ ਚਰਨ ਪਾਇਆ ਸਾਰਾ ਜਲ ਪਵਿੱਤਰ ਹੋ ਜਾਂਦਾ ਸੀ। ਇਹ ਫਿਰ ਸਾਰੀ ਜ਼ਿੰਦਗੀ ਜਿੰਨਾ ਚਿਰ ਸਰੀਰ ਰਿਹਾ ਇੱਥੇ, ਉਨਾ ਚਿਰ ਤੀਰਥਾਂ 'ਤੇ ਜਾ ਕੇ ਆਪਣੇ ਪਵਿੱਤਰ ਚਰਨ ਉਸ ਜਲ ਨੂੰ ਸਪਰਸ਼ ਕਰਾਉਂਦੇ ਰਹੇ। ਸਰੀਰੇ ਇੰਨੇ ਪਵਿੱਤਰ ਸਨ। ਅੱਜ ਉਹਨਾਂ ਦੇ ਕੱਪੜਿਆਂ ਦੀ, ਉਹਨਾਂ ਦੇ ਜੋੜਿਆਂ ਦੀ ਦੁਨੀਆ ਪੂਜਾ ਕਰਦੀ ਆ। ਉਹਨਾਂ ਦੇ ਪਵਿੱਤਰ ਹੱਥ ਜਿਨ੍ਹਾਂ ਡੰਡਿਆਂ ਨੂੰ ਲੱਗੇ, ਉਹਨਾਂ ਦੀ ਪੂਜਾ ਹੁੰਦੀ ਆ। ਐਸੇ ਪਵਿੱਤਰ ਸਰੀਰਾਂ ਦੇ ਮਗਰ ਲੱਗ ਜਾਣਾ, ਐਸੇ ਪਵਿੱਤਰ ਸਰੀਰਾਂ ਦੇ ਬਚਨ ਮੰਨ ਲੈਣੇ, ਫਿਰ ਕੁਝ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ। ਬਾਹਰ ਖੁੱਲ੍ਹੇ ਹਵਾ ਵਿੱਚ ਚਲੇ ਜਾਓ, ਤੁਹਾਨੂੰ ਆਕਸੀਜਨ ਮਿਲ ਜਾਂਦੀ ਹੈ। ਅਤੇ ਅੱਜ ਕੱਲ੍ਹ ਤੁਸੀਂ ਦੱਖਣ ਦੀ ਸਾਈਡ ਚਲ ਜਾਓ, ਗਰਮੀ ਮਿਲ ਜਾਂਦੀ ਹੈ। ਗਰਮੀਆਂ ਵਿੱਚ ਕਸ਼ਮੀਰ ਸਾਈਡ 'ਤੇ ਚਲ ਜਾਓ, ਠੰਡ ਮਿਲ ਜਾਂਦੀ ਹੈ। ਜਿੱਥੇ ਤੁਸੀਂ ਜਾਂਦੇ ਹੋ ਉਹਦਾ ਪ੍ਰਭਾਵ ਉਹਦੇ 'ਤੇ ਪੈ ਜਾਂਦਾ। ਦਰੱਖਤ ਦੇ ਥੱਲੇ ਚਲ ਜਾਓ, ਤੁਹਾਨੂੰ ਛਾਂ ਮਿਲ ਜਾਂਦੀ ਹੈ। ਜਿੱਥੇ ਜਾਓਗੇ ਉਹਦਾ ਪ੍ਰਭਾਵ ਤੁਹਾਡੇ 'ਤੇ ਪਵੇਗਾ। ਮੂਰਖ ਬੰਦੇ ਦੀਆਂ ਗੱਲਾਂ ਸੁਣ ਲਓ, ਉਹ ਆਪਣਾ ਪ੍ਰਭਾਵ ਛੱਡ ਜਾਂਦੀਆਂ, ਅਸਰ ਕਰ ਜਾਂਦੀਆਂ ਤੁਹਾਡੇ 'ਤੇ। ਲੀਡਰ ਹੁੰਦੇ ਆ, ਲੀਡਰਾਂ ਦੀਆਂ ਗੱਲਾਂ ਤੁਹਾਡੇ 'ਤੇ ਅਸਰ ਕਰ ਜਾਂਦੀਆਂ, ਕਿਉਂਕਿ ਉਹਨੇ ਮਾੜੇ ਹੁੰਦੇ ਆ। ਮਾੜੀਆਂ ਗੱਲਾਂ ਆਪਣੀ ਕਮਾਈਆਂ ਹੁੰਦੀਆਂ, ਉਹ ਕਮਾਈਆਂ ਉਹ ਲੋਕਾਂ 'ਤੇ ਅਸਰ ਕਰ ਜਾਂਦੀਆਂ। ਭਲਿਆਂ ਪੁਰਸ਼ਾਂ ਦੇ ਬਚਨ ਲੋਕਾਂ 'ਤੇ ਭਲੇ ਅਸਰ ਕਰ ਜਾਂਦੇ ਆ। ਜਿੱਥੇ ਜਾਓਗੇ ਉਹ ਚੀਜ਼ ਆਪਣਾ ਅਸਰ ਛੱਡਦੀ ਆ। ਜਿੱਥੇ ਜਾਓਗੇ ਜੇ ਗੰਦਗੀ ਆ, ਗੰਦਗੀ ਦੀ ਸਮੈਲ ਤੁਹਾਡੇ 'ਤੇ ਅਸਰ ਕਰਦੀ ਹੈ। ਫੁੱਲਾਂ ਦੀ ਬਗੀਚੀ ਵੀ ਜਾਓਗੇ, ਫੁੱਲ ਤੁਹਾਡੇ 'ਤੇ ਮਹਿਕ ਦਾ ਆਪਣਾ ਅਸਰ ਛੱਡਦੇ ਆ। ਸਾਧੂਆਂ ਦੇ ਚਰਨਾਂ ਵਿੱਚ ਜਾਓਗੇ, ਤੁਹਾਨੂੰ ਇਹ ਚੀਜ਼ ਪ੍ਰਾਪਤ ਹੋਊਗੀ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਇੱਕ ਤਾਂ ਹਰੀ ਦੇ ਨਾਮ ਦਾ ਧਿਆਉਣ ਦਾ ਪਤਾ ਲੱਗ ਜੂਗਾ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕੀ ਪ੍ਰਾਪਤੀ ਹੋਊਗੀ? ਹਰ ਕਾ ਨਾਮ ਧਿਆਏ ਸੁਣ। ਇੱਕ ਕਈ ਸੁਣਦੇ ਨਹੀਂ ਆ, ਕਰਦੇ ਹੈ। ਕਿਸੇ ਨੂੰ ਸੁਣਾ ਕੇ ਰਾਜੀ ਆ, ਸੁਣ ਕੇ ਰਾਜੀ ਨਹੀਂ ਆ। ਇਹ ਵੀ ਚੇਤਾ ਰੱਖਿਓ, ਜਿਹੜਾ ਕਿਸੇ ਦੀ ਨਹੀਂ ਸੁਣਦਾ ਉਹਦੀ ਵੀ ਕੋਈ ਨਹੀਂ। ਜਿਹਨੇ ਕਿਸੇ ਨੂੰ ਸੁਣਾਉਣਾ, ਪਹਿਲਾਂ ਸੁਣਨ ਦੀ ਆਦਤ ਪਾਵੇ। ਮੋਹਰੇ ਕੀ ਕਹਿੰਦਾ ਉਹਨੂੰ ਸੁਣੇ। ਜਿਹੜਾ ਸੁਣਨ ਦੀ ਸਮਰੱਥਾ ਰੱਖਦਾ, ਉਹਦੀ ਗੱਲ ਫਿਰ ਲੋਕ ਖੜ ਕੇ ਸੁਣਦੇ ਆ। ਜਿਹੜਾ ਆਪਣੀ ਸੁਣਾਉਂਦਾ, ਕਿਸੇ ਦੀ ਸੁਣਦਾ ਨਹੀਂ, ਉਹਦੀ ਕੋਈ ਸੁਣਦਾ ਨਹੀਂ ਹੈ। ਮਹਾਂਪੁਰਸ਼ਾਂ ਦੇ ਅੰਦਰ ਸੁਣਨ ਦੀ ਸਮਰੱਥਾ ਹੈ। ਸੰਤ ਮਹਾਰਾਜ ਜੀ ਜਦੋਂ ਅੰਦਰ
ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਹਿ ਜਾਂਦੇ ਸੀ, ਸੁਣਦੇ, ਫਿਰ ਉੱਠਣਾ ਨਹੀਂ ਪਾਠ, ਜਿੰਨਾ ਚਿਰ ਸੁਣਦੇ ਹੀ ਰਹਿਣਾ। ਬਾਬੇ ਨਸਲਪੁਰ ਵਾਲੇ ਬਾਬਾ ਅਜੀਤ ਸਿੰਘ ਜੀ ਜਦੋਂ ਕਿਸੇ ਦੇ ਅਖੰਡ ਪਾਠ 'ਤੇ ਕਿਤੇ ਜਾਣਾ, ਜੇ ਅੰਦਰ ਇੱਕ ਵਾਰ ਬਹਿ ਗਿਆ ਫਿਰ ਜਿੰਨਾ ਚਿਰ ਸਮਾਪਤੀ ਨਹੀਂ ਹੋਣੀ ਉੱਠਦੇ ਨਹੀਂ ਸੀ ਹੁੰਦੇ, ਅੰਦਰ ਬੈਠੇ ਹੀ ਰਹਿਣਾ। ਸੁਣਨ ਦੀ ਸਮਰੱਥਾ ਅਤੇ ਧਿਆਉਣ ਦੀ ਸਮਰੱਥਾ, ਇਹ ਦੋ ਚੀਜ਼ਾਂ ਸਾਧੂ ਦੀ ਸੰਗਤ ਵਿੱਚੋਂ ਜਾ ਕੇ ਮਿਲੂਗੀਆਂ, ਉੱਧਰੋਂ ਮਿਲੂਗੀਆਂ ਨਹੀਂ। ਕਹਿੰਦੇ ਜੇ ਸੌਖੀ ਢੰਗ ਨਾਲ ਇਹ ਚੀਜ਼ ਲੈਣੀ ਹੈ ਤਾਂ ਇੱਥੇ ਚਲੇ ਜਾ। ਰਸਤਾ ਦੱਸ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੇ। ਹਰੀ ਦਾ ਨਾਮ ਧਿਆਉਣ ਦਾ ਪਤਾ ਲੱਗ ਜੂ ਅਤੇ ਸੁਣਨ ਦੀ ਸਮਰੱਥਾ ਪੈਦਾ ਹੋ ਜੂ। ਸਭਨਾਂ ਨੂੰ ਕਰ ਦਾਨ। ਇੱਕ ਚੇਤਾ ਰੱਖਿਓ, ਦਾਨ ਉਹ ਬੰਦਾ ਕਰਦਾ ਜਿਹਦੇ ਕੋਲ ਵਾਧੂ ਚੀਜ਼ ਹੋਵੇ, ਜਿਹਦੇ ਕੋਲ ਵਾਧੂ ਨਹੀਂ ਹੁੰਦੀ ਦਾਨ ਨਹੀਂ ਕਦੇ ਵੀ ਕਰਦਾ। ਜਦ ਧਿਆਉਣ ਲੱਗ ਗਿਆ, ਸੁਣਨ ਲੱਗ ਗਿਆ, ਉਹਦੇ ਕੋਲ ਵਾਧੂ ਹੋ ਗਈ ਤਾਂ ਦੂਜਿਆਂ ਨੂੰ ਦੇਣ ਲੱਗ ਗਿਆ। ਉਹਦੇ ਕੋਲ ਵਾਧੂ ਹੋ ਗਿਆ। ਜਿਹੜਾ ਆਪ ਧਿਆਉਣਾ ਨਹੀਂ, ਆਪ ਸੁਣਨਾ ਨਹੀਂ, ਦੂਜਿਆਂ ਨੂੰ ਗਿਆਨ ਕਰਨਾ, ਉਹਦਾ ਤਾਂ ਦੂਜੇ 'ਤੇ ਅਸਰ ਹੋਣਾ ਹੀ ਨਹੀਂ, ਭਾਵੇਂ ਲੱਖ ਯਤਨ ਕਰਕੇ ਕਥਾਵਾਚਕ ਜਿੰਨਾ ਮਰਜ਼ੀ ਵਿਦਵਾਨ ਹੋਵੇ। ਜੇ ਉਹਦੀ ਕਮਾਈ ਨਹੀਂ ਹੈ, ਸੁਣਨ ਦੀ ਸਮਰੱਥਾ ਨਹੀਂ ਹੈ, ਉਹਦਾ ਤਾਂ ਦੂਜੇ 'ਤੇ ਅਸਰ ਨਹੀਂ ਹੋਣਾ। ਜਿਹਦੇ ਵਿੱਚ ਦੋ ਚੀਜ਼ਾਂ, ਉਹਦੇ ਵਿੱਚ ਇੱਕ ਪਾਵਰ ਆ ਜਾਂਦੀ ਹੈ, ਉਹ ਦੂਜੇ 'ਤੇ ਅਸਰ ਛੱਡਦਾ ਆਪਣਾ। ਦੂਜੇ ਨੂੰ ਦਾਨ ਕਰਨ ਦੀ ਸਮਰੱਥਾ ਉਹਦੇ ਕੋਲ, ਕਿਉਂਕਿ ਜ਼ਿਆਦਾ ਚੀਜ਼ ਹੋ ਗਈ, ਉਹਨੂੰ ਦਾਨ ਕਰ ਦਿੱਤੀ। ਨਾਨਕ ਕੇ ਕਰ ਕੇਵਲ ਨਾਮ, ਮਹਾਂਪੁਰਸ਼ਾਂ ਨੇ ਦਾਨ ਕੀਤਾ ਨਾਮ ਦਾ, ਬਾਕੀਆਂ ਨਹੀਂ। ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ। ਦਾਨ ਦੀ ਕੀਮਤ ਨਹੀਂ ਕੋਈ ਲਈ ਜਾਂਦੀ, ਦਾਨ ਤਾਂ ਫ੍ਰੀ ਹੁੰਦਾ। ਫ੍ਰੀ ਕੋਈ ਚੀਜ਼ ਦਿੰਦਾ ਵੀ ਇੱਥੇ ਕਿਸੇ ਦੇ ਭਾਂਡੇ ਫੜ ਲਓ, ਕਹਿੰਦਾ ਮੈਂ ਨਹੀਂ ਤੇਰੇ ਤੋਂ ਮਜਾਉਣੇ, ਮੈਨੂੰ ਲੇਖਾ ਦੇਣਾ ਪਊਗਾ। ਕੋਈ ਕਿਸੇ ਨੂੰ ਮੱਥਾ ਟੇਕੋ, ਕਹਿੰਦਾ ਮੈਂ ਨਹੀਂ ਟਿਕਾਉਣਾ, ਮੈਨੂੰ ਹਿਸਾਬ ਦੇਣਾ ਪਊਗਾ। ਦਾਨ ਕਰਨ ਦੀ ਸਮਰੱਥਾ ਜਿਹਦੇ ਕੋਲ ਜ਼ਿਆਦਾ ਹੁੰਦੀ ਹੈ, ਦਾਨ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਸੌਖਾ ਜਿਹਾ ਇੱਕ ਤੁਹਾਨੂੰ ਉਦਾਹਰਨ ਦੱਸ ਦਿੰਦਾ। ਦਾਨ ਪਿੰਡਾਂ ਵਿੱਚ ਲੱਗਦੀ ਵਾਲੇ ਕਈ ਵਾਰੀ ਕਿਸੇ ਦੇ ਮੁੰਡੇ ਨੂੰ ਅਮਲ ਲਾਉਣਾ ਹੋਵੇ ਨਾ, ਕੋਲੋਂ ਦੇਣਾ ਸ਼ੁਰੂ ਕਰ ਦਿੰਦੇ ਆ, ਥੋੜ੍ਹਾ ਥੋੜ੍ਹਾ ਕੋਲੋਂ ਦੇਣਾ। ਜਦੋਂ ਅਮਲੀ ਹੋ ਜਾਂਦਾ ਫਿਰ ਉਹਨੂੰ ਦੇਣੋਂ ਹਟ ਜਾਂਦੇ ਆ, ਫਿਰ ਉਹ ਲੋਕਾਂ ਦੀਆਂ ਚੀਜ਼ਾਂ ਚੱਕ ਚੱਕ ਵੇਚਣ ਲੱਗ ਜਾਂਦਾ। ਉਹਨੂੰ ਕਹਿੰਦੇ ਦਾਨ, ਜਿਹਦਾ ਕੁਛ ਨਹੀਂ ਲਿਆ। ਜਿਹਦੇ ਫਿਰ ਉਹ ਕਹਿੰਦਾ ਮੈਂ ਹੋਰ ਲੈਣਾ, ਕਹਿੰਦੇ ਹੋਰ ਲੈਣਾ ਤਾਂ ਪੈਸੇ ਖਰਚ। ਕੰਚਨ ਸਿਉ ਪਾਈਏ ਨੇ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪਰਮੇਸ਼ਰ ਨੂੰ ਕਹਿੰਦੇ ਮੁੱਲ ਲਿਆ, ਕਿ ਕਬੀਰ ਸਾਹਿਬ ਕਹਿੰਦੇ ਸੀ ਮੁੱਲ ਲਿਆ, ਮੈਂ ਤੋਂ ਲਈ ਮਹਿੰਗੇ ਮੋਲ ਜੀ ਸੱਟੇ। ਆਪਣਾ ਸਰੀਰ ਦਿੱਤਾ ਅਤੇ ਉਹਦੇ ਬੱਟੇ ਮੈਂ ਪਰਮੇਸ਼ਰ ਲਿਆ, ਅਤੇ ਸਰੀਰ ਦੇ ਕੇ ਪਰਮੇਸ਼ਰ ਮਿਲਿਆ। ਕਹਿੰਦੇ ਇਹ ਮੈਂ ਮਹਿੰਗਾ ਲਿਆ, ਦਾਨ ਮੁਫਤ ਹੀ ਮਿਲ ਗਿਆ, ਅਫਸਰ ਕੁਛ ਨਹੀਂ ਦਿੱਤਾ। ਦਾਨ ਤਾਂ ਇੱਕ ਚੇਟਕ ਲਾਈ ਹੈ, ਥੋੜ੍ਹੀ ਜਿਹੀ ਫੀਮ ਦੇਣ ਲੱਗ ਗਿਆ, ਥੋੜ੍ਹੀ ਥੋੜ੍ਹੀ, ਉਹਨੂੰ ਕਹਿੰਦੇ ਦਾਨ। ਉਹ ਤੋਂ ਲਿਆ ਕੁਛ ਨਹੀਂ, ਉਹਨੂੰ ਲੱਗ ਗਈ ਤਾਂ ਫਿਰ ਉਹ ਕਹਿੰਦਾ ਮੈਨੂੰ ਹੋਰ ਦੇ। ਉਹ ਕਹਿੰਦਾ ਹੁਣ ਆਪਣੀ ਮਿਹਨਤ ਕਰ, ਹੁਣ ਮਿਹਨਤ ਕਰ, ਪੈਸੇ ਲੱਗਣੇ ਹੁਣ। ਉਹ ਚੇਟਕ ਲਾਉਣ ਦੀ, ਇੱਕ ਦਾਨ ਕਰਨ ਦੀ ਸਮਰੱਥਾ ਜਿਹੜੀ ਹੈ ਮਹਾਂਪੁਰਸ਼ਾਂ ਦੇ ਕੋਲ। ਸਭਨਾਂ ਨੂੰ ਕਰ ਦਾਨ। ਜਿਹੜੇ ਉਹਨਾਂ ਕੋਲ ਜਾਂਦੇ ਉਹਨਾਂ ਨੂੰ ਚੇਟਕ ਲਾ ਦਿੰਦੇ, ਨਾਮ ਧਿਆਉਣ ਦੀ, ਸੁਣਨ ਦੀ ਦੱਸਣ ਲੱਗ ਜਾਂਦੇ, ਐਂ ਕਰਿਆ ਕਰ। ਉਹ ਫਿਰ ਹੌਲੀ ਹੌਲੀ ਉਹਦੇ ਕੋਲ ਵੱਧ ਜਾਂਦੀ ਹੈ, ਉਹ ਦੂਜਿਆਂ ਨੂੰ ਦੱਸਣ ਲੱਗ ਜਾਂਦਾ, ਉਹਦਾ ਅਸਰ ਫਿਰ ਦੂਜਿਆਂ 'ਤੇ ਹੋਣ ਲੱਗ ਜਾਂਦਾ। ਜਨਮ ਕਰਮ ਮਲ ਉਤਰੇ। ਜਿਹਦੇ ਕੋਲ ਇਹ ਅਵਸਥਾ ਆ ਜਾਵੇ, ਉਹਨੇ ਫਿਰ ਅੱਗੇ ਜਾ ਕੇ ਕਿਹੜੀ ਅਵਸਥਾ ਮਿਲਦੀ ਹੈ? ਜਨਮਾਂ ਦੇ ਕਰਮਾਂ ਦੀ ਮੈਲ ਜਿਹੜੀ ਚੜ੍ਹੀ ਹੋਈ ਹੈ ਆਤਮਾ ਦੇ ਉੱਤੇ, ਮਨ 'ਤੇ ਜਾਏ ਗਵਾਨ। ਇਹ ਚੀਜ਼ ਜਿੱਦਣ ਤੋਂ ਬੰਦਾ ਜੰਮਿਆ ਇਹਦੇ ਨਾਲ ਹੀ ਹੈ। ਜਦ ਤੋਂ ਸਰੀਰ ਇਹਦਾ ਬਣਾਇਆ ਉਹਦੇ ਤੋਂ ਨਾਲ ਹੀ ਹੈ ਇਹਦੇ। ਜਿੱਦਾਂ ਕਈ ਵਾਰ ਡਾਕਟਰ ਕੋਲ ਜਾਈਏ, ਉਹ ਕਹਿੰਦਾ ਵੀ ਤੈਨੂੰ ਆਰਾਮ ਔਖਾ ਹੋਣਾ, ਇਹ ਤੇਰੀ ਬਿਮਾਰੀ ਲੰਮੀ ਹੈ। ਇੱਕ ਲੰਮਾ ਰੋਗ ਇਹਨੂੰ ਚਿੰਬੜਿਆ ਹੋਇਆ, ਜਨਮ ਤੋਂ ਪਿਛਲੇ ਜਨਮਾਂ ਤੋਂ ਹੀ ਲੈ ਕੇ ਇਹਦੇ ਨਾਲ ਹੀ ਹੈ। ਜਿੰਨਾ ਚਿਰ ਉਹ ਨਹੀਂ ਹਟਦਾ ਉਨਾ ਚਿਰ ਇਹਦੇ ਅੰਦਰ ਨਾਮ ਨਹੀਂ ਵੜਦਾ। ਉਹਨੂੰ ਕਹਿੰਦੇ ਹਉਮੈ, ਗੁਮਾਨ, ਹੰਕਾਰ। ਮਨ 'ਤੇ ਜਾਏ ਗੁਮਾਨ। ਹੰਕਾਰ ਬਿਰਤੀ ਜਿੰਨਾ ਚਿਰ ਨਾ ਹਉਮੈ ਨਾਵੇ ਨਾਲ ਵਿਰੋਧ ਹੈ। ਉਹ ਵੀ ਮੈਂ ਤੁਹਾਨੂੰ ਉਹਦਾ ਰੂਪ ਦੱਸ ਦਿੰਦਾ ਹਉਮੈ ਦਾ। ਜਿੰਨਾ ਚਿਰ ਮਨੁੱਖ ਦੂਜਿਆਂ ਦੇ ਔਗਣ ਫੜਦਾ, ਆਪਣੇ ਨਹੀਂ ਦੇਖਦਾ, ਇਹ ਹੰਕਾਰ ਬਿਰਤੀ ਹੈ। ਇਹ ਮਾੜਾ, ਉਹ ਨਹੀਂ ਚੰਗਾ, ਇਹ ਨਹੀਂ ਚੰਗਾ। ਜਦ ਆਪਣੇ ਵੱਲ ਨੂੰ ਦੇਖਣ ਲੱਗ ਜਾਂਦਾ, ਇਹਨੂੰ ਫਿਰ ਦੂਏ ਦਿਸਣੋਂ ਹਟ ਜਾਂਦੇ। ਖੜੇ ਹੋ ਕੇ ਤੁਸੀਂ
अपनी आखण अपने ढिड ते रखो, ढिड ते मारो, अपने शरीर ते मारो, थानू कोई नहीं दिसना। जब तुसी दूआं नूं देखना थानू अपना नहीं दिसना कुछ भी। तां बाबा फरीद साहब जी ने कहा, आपनड़े गरीबान मैं सिर नीवा कर देख। फरीदा जे तू अकल लतीफ काले लिख ना लेख। दूजियां लोगों के औगण देख के तू अपने अंदर बाड़ी जाना, ए माड़ा ओ माड़ा आ मोड़ा। तू अपने नूं देख, आपनड़े गरीबान मैं सिर नीवा कर देख, अपने वल नूं देख। ਤਾਂ सतगुरु जी कहते जन्म कर्म मल उतरे, जन्मां दे कर्मां दी जिहड़ी पुरानी मैल है चढ़ी हुई मन ते जाए गमान। मन के उत्तों हंकार बिरती निवृत्त हो जाती है। ਜਦੋਂ मैल लिथण लग जाती है, इनू अपना आप दिसण लग जाता है। शीशे ते किते धंधियाई चढ़ जाए घे दी, मूँह दिसणों हट जाता। हौली हौली शीशे नूं मांजण लग जाओ, जिन्ना चिर शीशा साफ हो जाता उहदे विच अपना मूँह दिसण लग जाता। इनू अपनी आत्मा की पहचान उन्ना चिर नहीं हुंदी जिन्ना चिर इहदे कर्मां की मैल जमी हुई है, जन्मां दे पिछले कीते हुए कर्मां की मैल जमी हुई है। कपड़े की चटियाई नहीं किते जाती, चटियाई विचे रहिंदी है। जब मैल चढ़दी उत्ते वो चटियाई नूं ढक लैंदी है। ਜਾਂ साबण लाइए ਉਹਦੀ मैल उतर जाती, ਉਹਦੀ चटियाई मुड़ के बरकरार हो जाती। जे कोई कहे बंदा भी चटियाई खत्म ही हो गई, चटियाई खत्म नहीं होंदी। आत्मा की स्वच्छताई जिहड़ी है, पवित्रताई वो खत्म नहीं हुई। ਉਹਦੇ ਉੱਤੇ ਇਹਨੇ मैल चाढ़ ली, चिट्टा कपड़ा चिट्टा सी उत्ते मैल चाढ़ ली। शीशा साफ सी, ਉਹਦੇ ਉੱਤੇ मैल चाढ़ ली, विच मूँह दिसणों हट गया मैं कौन हाँ। शीशे तो बिना तुहानूं पता नहीं लगना अपने मूँह की कालक का, ना मूँह का। जब पता ही नहीं, शीशा ही नहीं सामने, पता किद्दां लगूगा। जन्मां दे कर्मां दी मैल जिहड़ी है, इहने इस नूं पता नहीं लगन दिता कौन है तू, कित्थों आया है, तैं करना की सी, की कर रहा। वो जदों जन्मां दे कर्मां दी मैल उतर गई, मन ते जाए कमान। इहनूं पता लग गया भी मैं तो इत्थे क बैठा, बाकी दुनिया मेरे तो बहुत गाहां लंघ गई है। मेरे अंदर तो यही हंकार बिरती घर कर गई है। जन्म कर्म मल उतरे मन ते जाए कमान, काम क्रोध ना मोही है बिन से लोभ स्वान। जदों ये अवस्था मिल गई तो काम क्रोध जड़ियाँ ये चीज़ां सीआं, लोभ कुत्ता भी सी, ये अपने आप ही पिछे हट जाते हैं। जदों मनुख सचेत हो जाता ना, फिर वो अपनी राखी आप ही करन लग पैंदा। जिन्ना चਿਰ मनुख बेसला रहिंदा तो फिर ਇਹਦੀ चोरी ਹੁੰਦੀ ਰਹਿੰਦੀ है। जिन्ना चਿਰ मनुख सुत्ता रहिंदा ਇਹਦੀ चोरी अपने आप ही हो जानी है। पंच बखादी एक गरीबा राखो राखण हारे, खेद करे यार बहुत संतावे आयो सरन तहारे। कर कर हारियो अनक भांति छोड़े कतहु नाही, एक बात सुन तांकी ओटा साध संगत मिट जाही। कहते पंज चोर है तो शरीर जी आत्मा अंदर कली है। पंजे दोष है, पंज चोर है, ये कली है। कहते उनते राखे बाप न माई, उनते राखे मीत न भाई। दर्भ सियाणपा नाओ रहते, साध संगो दुष्ट बस होते। साधु की संगत नाल पंजे दुष्ट जिहड़े आ बस हो जाते हैं। महापुरुष की संगत तो बिना ही बस नहीं होंदे, बहुत औखे बस होंदे है। जिन्हां दे बस विच है उन्होंने पता, वो तो फिर दबका मार के हटा देण जिधरों मर्जी, नहीं तो ये हटते नहीं हैं। जे कोई बंदा कहे मेरे बच्चे पंज है नहीं, गुरमुख अंदर सह के बैठे रहंदे हैं। जब उन्होंने चीज़ों की खुराक मिलती है उठ के खड़े हो जाते हैं। जब कोई ऐसा रूप आया अखां दे राहीं देखिया, अंदर उही कटाणु खड़े हो गए, वो उठ के खड़ा हो गया। जब पराई वस्तु देखी, पराया धन देखिया, अंदर लोभ उठ के खड़ा हो गया, काम उठ के खड़ा हो गया। लोभ नूं जद मोहरे खुराक दिसी, लोभ उठ के खड़ा हो गया। जद अपना भैन पाई होर कोई है, जद उन्होंने उत्ते कोई विपता पैंदी तो मोह उठ के खड़ा हो गया। इन्हां सारियां दी खुराक है। जद खुराक पाउने अपने आप ही खुराक लैण आ जाते हैं, फिर पता लगता है पंजे अंदर ही है। किसी ने पुछण जाण की जरूरत नहीं मेरे विच पंज है कि नहीं, अंदर ही बैठे है। इन्हां पंजां की निवृत्ति दसी भी साधु की संगत तो बिना हुंदी नहीं। पंजवें पातशाह जी महाराज कहते साध संगो ही दुष्ट बस होते। साधु की संगत ना ही दुष्ट बस होंदे, उदा बस होंदे नहीं है। काम क्रोध ना मोही है बिन से लोभ स्वान, सच्चे मार्ग चलदे हैं उस्तत करे जहान।
ਆ ਜਿੱਥੇ ਤੁਸੀਂ ਬੈਠੇ ਹੋ ਸੱਚੇ ਮਾਰਗ ਤੇ ਚੱਲੇ ਆ। ਦੁਨੀਆ ਅੱਜ ਤੱਕ ਵਡਿਆਈਆਂ ਕਰਦੀ ਹੈ, ਘਰਾਂ ਵਿੱਚ ਫੋਟੋਆਂ ਰੱਖੀਆਂ ਹੋਈਆਂ, ਉਹ ਫੋਟੋਆਂ ਨੂੰ ਹੀ ਮੱਥਾ ਟੇਕੀ ਜਾਂਦੇ, ਫੋਟੋਆਂ ਮੋਹਰੇ ਅਰਦਾਸਾਂ ਕਰੀ ਜਾਂਦੇ ਆ, ਉਹਨਾਂ ਦੀਆਂ ਅਰਦਾਸਾਂ ਪ੍ਰਵਾਨ ਹੋਈ ਜਾਂਦੀਆਂ। ਬਹੁਤ ਸਾਰੇ ਹਿੰਦੂ ਲੋਕ ਹੈ ਜਿਨ੍ਹਾਂ ਨੇ ਇਹਨਾਂ ਦੀਆਂ ਫੋਟੋਆਂ ਰੱਖੀਆਂ। ਹਿੰਦੂ ਲੋਕ ਵੀ ਇਹਨਾਂ ਨੂੰ ਮੱਥਾ ਟੇਕਦੇ ਆ, ਮੁਸਲਮਾਨ ਲੋਕ ਵੀ ਮੱਥਾ ਟੇਕਦੇ ਆ। ਸੱਚੇ ਮਾਰਗ ਤੇ ਜਿਹੜਾ ਵੀ ਚੱਲਿਆ ਜਹਾਨ ਵਿੱਚ ਸਾਰੇ ਹੀ ਆਉਂਦੇ ਆ। ਇਹ ਨਹੀਂ ਵੀ ਇੱਕੋ ਧਰਮ ਮੱਥਾ ਟੇਕਦਾ। ਜਹਾਨ ਸਾਰਾ ਸ੍ਰਿਸ਼ਟੀ ਹੈ, ਸਾਰਾ ਸੰਸਾਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ ਕਿੰਨੇ ਗੁਰਸਿੱਖ ਹੋਏ ਆ। ਇਹ ਕਿੰਨੇ ਮੁਸਲਮਾਨ ਦੇਖੋ ਸਿੱਖ ਧਰਮ ਨਾਲ ਲਾ ਕੇ ਕਿਸਾਨ ਅੰਦੋਲਨ ਚੱਲਦਾ, ਉਹਦੇ ਵਿੱਚ ਮੁਸਲਮਾਨ ਵੀ ਨਾਲ ਤੁਰੇ ਹੋਏ ਆ। ਸੱਚਾ ਰਸਤਾ ਹੈ, ਸਹੀ ਮਾਰਗ ਹੈ। ਸਰਕਾਰਾਂ ਵਾਅਦੀਆਂ ਕਰਦੀਆਂ ਨੇ, ਉਹਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਉਹਨਾਂ ਨੂੰ ਦੁਨੀਆ ਚੇਤੇ ਕਰਦੀ। ਸੱਚੇ ਮਾਰਗ ਤੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਸੱਚ ਧਰਮ ਤੇ ਆਪਣੇ ਸਰੀਰ ਦਿੱਤੇ, ਉਹਨਾਂ ਦੀ ਅੱਜ ਸ਼ਹੀਦਾਂ ਦੀ ਦੁਨੀਆ ਅਰਦਾਸਾਂ ਕਰਦੀ ਹੈ। ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਉਹਨਾਂ ਨੂੰ ਦੁਨੀਆ ਚੇਤੇ ਕਰਦੀ ਹੈ। ਕੌਣ ਕਹਿੰਦਾ ਸੰਤ ਨੂੰ ਮੱਥਾ ਨਹੀਂ ਟੇਕਣਾ? ਉਹ ਵੀ ਅਰਦਾਸ ਕਰਦੇ ਆ। ਜਿਹੜੇ ਕਹਿੰਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ, ਉਹ ਵੀ ਰੋਜ਼ ਅਰਦਾਸ ਕਰਦੇ ਆ ਉਹਨਾਂ ਦੀ। ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਬਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਸਾਰੀ ਦੁਨੀਆ ਧਰਦੀ ਹੈ। ਦੇਖ ਕੇ ਅਣਡਿੱਠ, ਇਹ ਨਹੀਂ ਵੀ ਕਿਸੇ ਤੇ ਜ਼ੁਲਮ ਹੁੰਦਾ ਹੋਵੇ ਦੇਖ ਕੇ ਅਣਡਿੱਠ ਕਰ ਦਈਏ, ਇਹ ਗੱਲਾਂ ਨਹੀਂ। ਕਿਸੇ ਦੀ ਜਾਨ ਬਚਦੀ ਹੋਵੇ, ਧਰਮ ਤੇ ਬਾਰ ਜਾਈਏ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਮਾਛੀਵਾੜੇ ਉਹਨਾਂ ਦੀ ਪਹਿਚਾਣ ਕਰਨ ਵਾਸਤੇ ਸਲੋਹ ਦਾ ਕਾਜੀ ਉਹਨੂੰ ਸੱਦਿਆ ਸੀ। ਉਹ ਕਾਜੀ ਨੂੰ ਜਦੋਂ ਪੁੱਛਿਆ ਵੀ ਇਹ ਕੌਣ ਹੈ, ਉੱਚ ਦੇ ਪੀਰ ਹੈ। ਉਹਨ ਕਾਜੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਹਿਚਾਣ ਲਿਆ ਸੀ। ਉਹ ਕਹਿੰਦਾ ਇਹ ਤਾਂ ਪੀਰਾਂ ਦਾ ਪੀਰ ਹੈ। ਉੱਥੋਂ ਗੱਲ ਫਿਰ ਆਈ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ। ਉਹ ਅੱਜ ਤੁਸੀਂ ਉਹਨੂੰ ਵੀ ਚੇਤੇ ਕਰਦੇ ਹੋ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਖ ਕੇ ਅਣਡਿੱਠ ਕਰ ਦਿੱਤਾ। ਜੇ ਉਹ ਕਹਿ ਦਿੰਦਾ ਗੁਰੂ ਗੋਬਿੰਦ ਸਿੰਘ ਹੈ ਤਾਂ ਉਹਨੂੰ ਦੁਨੀਆ ਨੇ ਥੂ ਥੂ ਕਰਨੀ ਸੀ। ਉਹਨੇ ਕਿਹਾ ਪੀਰਾਂ ਦਾ ਪੀਰ ਹੈ। ਅੱਜ ਦੁਨੀਆ ਉਹਨੂੰ ਵੀ ਚੇਤੇ ਕਰਦੀ। ਇਹਨੂੰ ਕਹਿੰਦੇ ਸੱਚੇ ਮਾਰਗ ਚੱਲਦੇ ਆ, ਸੱਚੀ ਗੱਲ। ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇੱਕ ਜੀਵ ਆਤਮਾ ਨੂੰ ਦੁਖੀ ਦੇਖ ਕੇ ਉਹਦਾ ਭਲਾ ਕਰ ਦੇਣਾ, ਉਹਨੂੰ ਸੁੱਖ ਦੇਣ ਦਾ ਯਤਨ ਕਰਨਾ। ਸੰਤ ਮਹਾਰਾਜ ਜੀ ਜਿਹਦੇ ਜਾਂਦੇ ਹੁੰਦੇ ਸੀ ਪਹਿਲਾਂ ਪਸ਼ੂਆਂ 'ਚ ਜਾਣਾ। ਜੇ ਪਸ਼ੂ ਮਾੜੇ ਆ ਤਾਂ ਬਹਿੰਦੇ ਨਹੀਂ ਸੀ ਹੁੰਦੇ। ਅੰਮ੍ਰਿਤਸਰ ਕਿਸੇ ਦੇ ਘਰ ਗਏ ਤਾਂ ਉੱਥੇ ਉਹਨਾਂ ਨੇ ਪਲੰਘਾ ਵਿਛਾਤਾ, ਚਾਦਰ ਕੱਪੜੇ ਚਿੱਟੇ ਕੱਢ ਕੇ ਵਿਛਾਤੇ ਮਹਾਰਾਜ ਦੇ ਬਹਿਣ ਨੂੰ। ਉੱਠ ਕੇ ਗਏ ਪਸ਼ੂਆਂ ਵਾਲੇ ਪਾਸੇ ਤਾਂ ਪਸ਼ੂਆਂ ਥੱਲੇ ਟੋਏ, ਪਾਣੀ ਖੜਾ ਟੋਇਆ, ਟੋਏ ਵਿੱਚ ਪਸ਼ੂ ਟੋਇਆਂ 'ਚ ਖੜ੍ਹੇ। ਬਹੁਤ ਨਾਰਾਜ਼ ਹੁੰਦੇ ਸਨ ਜਦ ਕੋਈ ਪਸ਼ੂਆਂ ਨੂੰ ਬੰਨ੍ਹ ਕੇ ਦੁੱਖ ਕਰਦੇ ਵੇ, ਬਹੁਤ ਨਾਰਾਜ਼ ਹੁੰਦੇ ਸਨ। ਇੱਥੇ ਵੀ ਇਕੱਲੇ ਇਕੱਲੇ ਪਸ਼ੂ ਨੂੰ ਜਾ ਕੇ ਪੁੱਛਣਾ ਤੇਰੇ ਡੰਡਾ ਤਾਂ ਨਹੀਂ ਮਾਰਿਆ? ਸਾਰਿਆਂ ਨੂੰ ਪੁੱਛਣਾ, ਇਕੱਲੇ ਇਕੱਲੇ ਪਸ਼ੂ ਕੋਲ ਜਾਣਾ। ਉੱਥੇ ਫਿਰ ਬੈਠੇ ਨਹੀਂ, ਆ ਕੇ ਕਹਿੰਦੇ ਓਏ ਜਿਨ੍ਹਾਂ ਦੀ ਕਮਾਈ ਖਾਂਦੇ ਆ ਉਹ ਟੋਇਆਂ 'ਚ ਖੜ੍ਹੇ ਆ, ਸਾਧਾਂ ਨੂੰ ਚਿੱਟੇ ਚਾਦਰਾਂ ਕੱਢ ਕੇ ਵਿਛਾਤੀਆਂ, ਕਹਿੰਦੇ ਅਸੀਂ ਨਹੀਂ ਬਹਿਣਾ। ਉਸੇ ਵੇਲੇ ਗੱਡੇ ਰੇਹੜੀਆਂ ਮਿੱਟੀ ਦੀਆਂ ਲਿਆਂਦੀਆਂ, ਪਸ਼ੂਆਂ ਥੱਲੇ ਸਿੱਟੀਆਂ, ਫਿਰ ਮੰਜੇ ਦੇ ਉੱਤੇ ਬੈਠੇ। ਹਰੇਕ ਜੀਵਾਂ ਨੂੰ ਸੁੱਖ ਦੇਣ ਦਾ ਯਤਨ ਕਰਨਾ। ਕਹਿੰਦੇ ਜਿਹੜੇ ਬੰਨੇ ਹੋ ਤੁਸੀਂ ਸੰਗਲ ਪਾ ਕੇ, ਸਾਧੂ ਤਾਂ ਇਹ ਆ ਤੁਹਾਡੇ ਮੂੰਹ ਵੱਲ ਨੂੰ ਦੇਖਦੇ ਆ, ਕਦੋਂ ਪਾਣੀ ਪਿਲਾਉਂਦੇ ਆ, ਕਦੋਂ ਪੱਠੇ ਪਾਉਂਦੇ ਆ, ਤੁਹਾਨੂੰ ਦੇਖਦੇ ਆ। ਉਹ ਕਹਿੰਦੇ ਇਹਨਾਂ ਨੂੰ ਨਾ ਭੁੱਖੇ ਰੱਖਿਆ ਕਰੋ। ਸਾਧੂਆਂ ਦੀ ਸੇਵਾ ਤਾਂ ਹੀ ਪ੍ਰਵਾਨ ਹੈ ਜੇ ਇਹਨਾਂ ਨੂੰ ਤੁਸੀਂ ਭੁੱਖੇ ਰੱਖ ਕੇ ਇਹਨਾਂ ਨੂੰ ਦੁਖੀ ਕਰਕੇ ਇਹਨਾਂ ਦੀ ਦਰਸੀਸਾਂ ਲੈਣੀਆਂ ਤਾਂ ਸਾਧੂਆਂ ਕੋਲ ਜਾ ਕੇ ਕੀ ਪ੍ਰਾਪਤ ਕਰੋਗੇ ਤੁਸੀਂ? ਪਸ਼ੂਆਂ ਦੀ ਸੇਵਾ ਵਾਲੇ ਨੂੰ ਬਹੁਤ ਚੰਗਾ ਸਮਝਦੇ ਸੀ। 68 ਤੀਰਥ ਸਗਲ ਪੁੰਨ। ਹਿੰਦੁਸਤਾਨ ਦੇ ਅੰਦਰ ਕਈ ਧਰਮ ਨੇ। ਮੁਸਲਮਾਨ ਧਰਮ ਦੇ ਅੰਦਰ ਇੱਕ ਬਹੁਤ ਵੱਡਾ ਤੀਰਥ ਹੈ ਉਹਨਾਂ ਦਾ, ਸਾਊਦੀ ਅਰਬ ਦੇ ਅੰਦਰ, ਜਿਹਨੂੰ ਮੱਕਾ ਸ਼ਰੀਫ ਕਹਿੰਦੇ ਆ। ਇੱਕ ਮਦੀਨਾ ਹੈ, ਇੱਕ ਮੱਕਾ ਹੈ। ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਦੋਵੇਂ ਸੰਬੰਧਿਤ ਸਥਾਨ ਨੇ। ਆਮ ਮੁਸਲਮਾਨ ਉੱਥੇ ਜਾ ਕੇ ਗਏ ਤੋਂ ਬਿਨਾਂ ਆਪਣਾ ਜੀਵਨ ਦੀ
यात्रा अधूरी मानते हैं, उत्थे जाके दर्शन करके आते हैं। तो आम मुसलमान धर्म के अंदर ये भी है कि जदों बकरीद मनाते हैं तो बकरा वढ़ के, साढ़े उत्थे नेड़े सी उन्हां दी मसीत, उत्थे जिस दिन बकरीद होंदी सी तो सारे मुसलमानों नूं दिंदे हुंदे सी। वो घरे लिजा के बनाते सी, उत्थे बना के नहीं सी वरताउंदे, कच्चा ही पा के दे दिंदे सी। हुण भी मुसलमान तकरीबन 90% मुसलमान ऐसे है जिहड़े दाल विच भी, साग विच भी, मांस विचे पा के रिन्हदे है, इदां खांदे आ। मांस बहुत ज़्यादा खांदे आ। उत्थे मक्का शरीफ नूं बसरे शहर की रहने वाली माई रैबा मुसलमान धर्म के अंदर बहुत वड्डी भगतनी गिनी गई आ। वैसे तो बीबी नूं मसीत में जाण का हुक्म नहीं है इन्हां दे। एक गुरु नानक के घर में कृपा है जिथे बीबियां आ जांदियां, सेवा करदियां ते बीबियां बढ़दियां। मुसलमान मत के अंदर अज भी मसीत के अंदर बीबी नहीं जाती। जदों मौलवी बांग दिंदा तो बीबी अपने घर के अंदर ही खड़ जाती है, जिथे वो घर हुंदा इन्हां दा, जिथे घर अंदर रहिंदी है उत्थे खड़ जाती है, मसीत में नहीं जाती और उत्थे ही नमाज पढ़ती है। मक्के नूं जाण वास्ते हाजी तैयार होए तो नाल वो माई रैबा भी तैयार हुई। जिद्दां कट्ठे होकर नगर के बंदे चले जाते हैं। जरूरी नहीं सारे मुसलमान मांस खाते होण। वो तुरिया जांदियां जांदियां उन्होंने अपना भोजन खाधा। कुदरती गल है, जिहड़े मांस खाण वाले जां वैष्णो इन्हां दा मेला नहीं हुंदा, इकट्ठे बह के रोटी नहीं खांदे किते, क्योंकि इन्हां दा मेला ही नहीं है। उन्हां दा खाना होर है, उन्हां दा खाना होर है, उन्हां दी बोली होर है, उन्हां दी बोली होर है। वो जिहड़ी माई सी वो थोड़ा दूर जाके बह गई तो ये थोड़ा उरे बह गए। ये तो भोजन छक के तुर पे तो माई उत्थे बैठी हले छकदी सी। छकदियां छकदियां उत्थे वो थोड़ा गाहां निकल गए तो एक कुत्ती आ गई। उन्हें कुत्ती थोड़ा जिहा प्रशादा वो बचदा सी, उन्हें कुत्ती नूं पाता। उन्हें फिर कुत्ती जब प्रशादा पाया तो पानी भी वो कोल है नहीं सी। उन्हें कहा पानी कित्थों लियाईए, इहनूं पानी भी थोड़ा पिला देना चाहिए। कोई नहीं, रल जावांगे नाल। उन्हें फिर एक खूह देखिया। खूह देख के उन्हें फिर अपने जिहड़े कपड़े सिर ते चुन्नी लईओ सी उहनूं पाड़ पाड़ के लीरां कर करके ਉਹਦੇ ਨਾਲ थोड़ा जिहा कपड़ा बन दिता थल्ले दे पासे भी भिज जाऊगा तो निचोड़ के इहनूं कुत्ती नूं पानी पिला देवांगे। थोड़े थोड़े छोटे छोटे कतूरे भी सी ਉਹਦੇ। ਉਹ ਜਦੋਂ ਉਹਨੇ कपड़ा अपना थल्ले तक लगई तो कपड़ा रह गया उच्चा, उत्थे तक पहुँचिया ना। फिर उन्होंने कुछ सुझिया ना। उन्हें फिर सोच साच के अपने सिर के केस सारे खिच खिच के थोड़े थोड़े करके तोड़ लै। केसां की रस्सी वट के उन्हें नाल बन ली ਉਹਦੇ चुन्नी दे। वो नाल बन के तो उन्हें फिर थल्ले पानी में कपड़ा भिज गया। वो कपड़ा भिज गया, बाहर लिया के पानी निचोड़ के कतूरियां नूं पिलाया तो कुत्ती नूं पिलाया। ये फिर हले उत्थे किरिया करदी सी तो मक्के वाले उत्थे पहुँच गए। जो उत्थे गए तो मक्का शरीफ है ना। हाजियां नूं हाजी पुछण लगे उत्थे दे सेवादारां नूं मक्का शरीफ। वो कहंदे जी इत्थों 60 कोहां ते माई रैबा ਉਹਦੇ दर्शनां नूं गए आ। मक्का शरीफ इत्थों 60 कोह ते माई रैबा आ ਉਹਦੇ दर्शनां नूं गए आ। सिर की सोभ उतार के चीन्यो आत्म राम, 60 कोस मक्का मिलियो देख दया के काम। 60 कोह मक्का उरे आ गया। अज भी मक्का उत्थे है जिथे माई रैबा के चरणों में पहुँचा। मस्कीन जी एक बार गए सी, उत्थे सारे धर्मां की विचार हुई सी। उत्थे सारे धर्मां के विद्वान इकट्ठे हुए सी। तो उत्थे उन्होंने फिर एक ये गल रखी भी मक्का घूम नहीं सकता जिहदियां 12-12 फुट डूंघियां नीआं ते चौड़ियां पता नहीं किन्नियां दसियां, 12 फुट डूंघियां दसियां ते चौड़ियां भी। आज छोटी इट नानकशाही किड्डी किड्डी 8-8 फुट भी कंधां है। कई माई और देसां का स्थान है बठिंडे के नेड़े, 8 फुट चौड़ी कंध है। वो मुसलमानों ने तरक की कि मक्का घूम नहीं सकता, इन्नियां डूंघियां नीहां घूम नहीं सकदियां। इस गल का जवाब मस्कीन जी ने उन्होंने उत्थे दिता विद्वान नूं भी जिहड़ा मक्का 60 को चल के माई रैबा के चरणों च आ गया सी। मन गए, कहंदे आ गया सी। कहंदे फे साडा गुरु ऐदां नहीं घुमा सकदा उहनूं।
ਜਿੱਧਰ ਨੂੰ ਮੱਕਾ ਘੁੰਮਦਾ ਪੈਰ ਘੁੰਮਦੇ ਸੀ, ਮੱਕਾ ਉੱਧਰ ਨੂੰ ਹੀ ਘੁੰਮਦਾ ਸੀ। ਤਾਂ ਸਤਿਗੁਰੂ ਜੀ ਬਾਣੀ ਵਿੱਚ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹੜਾ ਮਨੁੱਖ ਸਾਧੂ ਦੀ ਸ਼ਰਨ ਵਿੱਚ ਜਾਂਦਾ, ਉਹਦੇ ਵਿੱਚੋਂ ਦਇਆ ਕਰਨ ਦੀ ਇੱਕ ਆਦਤ ਵੀ ਉਹਦੇ ਅੰਦਰ ਬਣ ਜਾਂਦੀ ਹੈ। ਉਹਦਾ ਮਨ ਨਰਮ ਹੋ ਜਾਂਦਾ ਹੈ। ਉਹ ਦੂਜਿਆਂ ਨੂੰ ਦੇਖ ਕੇ ਉਹਦੇ ਮਨ ਦੇ ਅੰਦਰ ਨਰਮਾਈ ਆ ਜਾਂਦੀ ਹੈ। ਜਦ ਧਰਤੀ ਨਰਮ ਹੋ ਜਾਂਦੀ ਹੈ, ਉਹਦੇ 'ਚ ਬਚਨ ਜਿੱਦਾਂ ਤੀਰ ਖੁੱਭਣ ਲੱਗ ਜਾਂਦਾ, ਡੂੰਘਾ ਹਲ ਖੁੱਭਣ ਲੱਗ ਜਾਂਦਾ, ਉਹ ਨਰਮ ਧਰਤੀ ਦੇ ਅੰਦਰ ਸਾਧੂਆਂ ਦੇ ਬਚਨ ਵੀ ਘਰ ਕਰਨ ਲੱਗ ਜਾਂਦੇ ਆ, ਖੜਨ ਲੱਗ ਜਾਂਦੇ ਆ। ਜਿਹੜੀ ਧਰਤੀ ਕਰੜੀ ਹੁੰਦੀ ਹੈ, ਉਹਦੇ ਵਿੱਚ ਤੀਰ ਦੀ ਮੁਖੀ ਮੁੜ ਜਾਂਦੀ ਹੈ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹ ਇਹ ਬਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਕਈ ਵਾਰ ਕਾਰਡ ਆ ਜਾਂਦਾ ਕਿ ਰਿਸ਼ਤੇਦਾਰਾਂ ਦੇ ਉਹ ਚਲੇ ਜਾਂਦੇ ਆ, ਬੱਧੇ ਰੁੱਧੇ ਮਸੀਂ ਟਾਈਮ ਕੱਟਦੇ ਆ, ਮਸੀਂ ਬੜੀ ਮੁਸ਼ਕਿਲ ਨਾਲ, ਐਵੇਂ ਟਾਈਮੇ ਪੂਰਾ ਕਰਨਾ। ਕਈ ਗੁਰਦੁਆਰਿਆਂ 'ਚ ਕੁਰਸੀਆਂ ਲਾਤੀਆਂ, ਗੁਰੂ ਦੇ ਸਾਹਮਣੇ ਕੁਰਸੀ 'ਤੇ ਬਹਿੰਦੇ ਆ, ਉਹ ਪਾਪ ਬਖਸ਼ਾਉਣ ਆਏ ਆ, ਨੀਵੇਂ ਹੋ ਕੇ ਬੈਠੋ। ਹਸਪਤਾਲ ਤੁਹਾਨੂੰ ਕੁਰਸੀ ਮਿਲਦੀ ਆ, ਉੱਥੇ ਡਾਕਟਰ ਜਿੱਥੇ ਬਾਹਲੇ ਥੱਲੇ ਹੋ ਗਏ ਲੰਮੇ ਪਾਉਂਦੇ ਬਰਾਂਡਿਆਂ 'ਚ ਥੱਲੇ ਫਰਸ਼ 'ਤੇ। ਗੁਰੂ ਨਾਨਕ ਦੇ ਘਰ ਵਿੱਚ ਆਈਏ, ਨੀਵੇਂ ਹੋ ਕੇ ਆਈਏ, ਨੀਵੇਂ ਹੋ ਕੇ ਕੁਛ ਮਿਲ ਜਾਊਗਾ। ਜੇ ਉੱਚੇ ਚੜ੍ਹ ਕੇ ਕੁਰਸੀ ਦੇ ਸਾਹਮਣੇ ਬਹਿਣਾ ਤਾਂ ਫਿਰ ਤਾਂ ਕੁਛ ਨਹੀਂ ਮਿਲਣਾ, ਪਾਪ ਦੀ ਪੌੜੀ ਚੜੂਗਾ। ਸੰਗਤ ਤੋਂ ਉੱਚਾ ਬੈਠ ਕੇ, ਸੰਗਤ ਤੋਂ ਨੀਵਾਂ ਹੋ ਕੇ ਤਾਂ ਪਾਪ ਉਤਰ ਜਾਂਦੇ ਆ। ਸੰਗਤ ਤੋਂ ਨੀਵਾਂ ਹੋ ਕੇ ਆਵੇ, ਹਮ ਸਭ ਤੇ ਬੁਰੇ ਹੈ, ਸਾਰੇ ਮੇਰੇ ਤੋਂ ਚੰਗੇ ਆ, ਮੈਂ ਸਾਰਿਆਂ ਤੋਂ ਮਾੜਾ। ਸੰਗਤ ਵਿੱਚ ਜਾ ਕੇ ਉੱਚੇ ਨਹੀਂ ਬਹਿਣਾ। ਇਹ ਜਿਹੜੀ ਸਮਰੱਥਾ ਹੈ ਸਾਧੂ ਦੀ ਧੂੜੀ ਵਿੱਚੋਂ, ਸਾਧੂ ਦੀ ਸੰਗਤ ਵਿੱਚੋਂ, ਸਾਧੂ ਦੇ ਚਰਨਾਂ ਵਿੱਚ ਰਹਿਣ ਵਿੱਚ ਇਹ ਚੀਜ਼ ਮਿਲ ਜੂਗੀ। 68 ਤੀਰਥਾਂ ਦਾ ਪੁੰਨ ਮਿਲ ਜੂਗਾ ਇੱਕੋ ਹੀ ਥਾਂ ਬੈਠੇ ਨੂੰ। ਜੇ ਜੀਵ ਆਤਮਾ 'ਤੇ ਕਿਸੇ 'ਤੇ ਦਇਆ ਕਰ ਦਿੱਤੀ, ਪਹਿਲਾਂ ਆਪਣੀ ਆਤਮਾ 'ਤੇ ਦਇਆ ਕਰ ਲਵੇ। ਜੇ ਆਪਣੀ ਆਤਮਾ ਜਮਾਂ ਨੂੰ ਫੜਾਤੀ ਤਾਂ ਦੂਜਿਆਂ 'ਤੇ ਦਇਆ ਕੀ ਕਰਨੀ ਹੈ। ਜਿਹੜੀ ਆਪਣੀ ਆਤਮਾ ਛੁੱਟ ਜਾਂਦੀ ਹੈ, ਉਹ ਦੂਜਿਆਂ ਨੂੰ ਛਡਾਉਣ ਦੇ ਸਮਰੱਥ ਹੁੰਦਾ। ਜਿਹਦੀ ਆਪਣੀ ਨਹੀਂ ਛੁੱਟੀ, ਦੂਜਿਆਂ ਨੂੰ ਛਡਾਉਂਦਾ ਨਹੀਂ। ਉਹ ਸਾਧੂ ਆਪ ਸੰਸਾਰ ਵਿੱਚ ਆ ਕੇ ਉਹਨੂੰ ਜਮ ਉਹਦੇ ਨੇੜੇ ਨਹੀਂ ਆਉਂਦਾ, ਦੂਜਿਆਂ ਨੂੰ ਛਡਾ ਦਿੰਦਾ ਉਹ। ਤਾਂ ਇਹ ਸਮਰੱਥਾ ਜਿਹੜੀ ਹੈ ਉਹਨਾਂ ਜੀਵਾਂ ਦੇ ਅੰਦਰ ਆ ਜਾਂਦੀ, ਦਇਆ ਦੀ ਸਮਰੱਥਾ। ਦਇਆ ਵੀ ਆ ਜਾਂਦੀ ਹੈ। ਕਾਮ ਕ੍ਰੋਧ ਨਾ ਮੋਹੀਏ, ਕਾਮ ਕ੍ਰੋਧ ਮੋਹ ਲੋਭ ਇਹ ਅੰਦਰੋਂ ਨਿਕਲ ਜਾਂਦੇ ਆ, ਤੇ ਦਇਆ ਅੰਦਰ ਆ ਕੇ ਵਾਸਾ ਕਰ ਜਾਂਦੀ ਹੈ। ਜਦੋਂ ਮਾੜੀਆਂ ਚੀਜ਼ਾਂ ਅੰਦਰੋਂ ਕੱਢ ਦਿਓ, ਮਹਿਕ ਕੁਦਰਤੀ ਅੰਦਰ ਆਉਣ ਲੱਗ ਜਾਂਦੀ ਹੈ। ਜਦੋਂ ਜਿੰਨਾ ਚਿਰ ਦੁਰਗੰਧੀ ਜ਼ਿਆਦਾ ਹੋਵੇ ਤਾਂ ਮਹਿਕ ਥੋੜ੍ਹੀ ਬਹੁਤੀ ਦਾ ਪਤਾ ਨਹੀਂ ਲੱਗਦਾ। ਧੂਫ ਜਿੰਨੀ ਮਰਜ਼ੀ ਲਾ ਦਿਓ, ਮਹਿਕ ਆਉਂਦੀ ਨਹੀਂ ਹੈ। ਜਦ ਗੰਦੀਆਂ ਚੀਜ਼ਾਂ ਅੰਦਰੋਂ ਕੱਢ ਦਿਓ, ਕਮ ਸੇ ਕਮ ਹੋਰ ਨਹੀਂ ਦੁਰਗੰਧੀ ਤਾਂ ਨਹੀਂ ਫੈਲੂਗੀ, ਫਿਰ ਮਾੜੀ ਮੋਟੀ ਸੁਗੰਧੀ ਕਰ ਦਿਓ, ਉਹਦੀ ਸਮੈਲ ਰਹਿੰਦੀ ਹੈ, ਉਹਦੀ ਖੁਸ਼ਬੂ ਆਉਂਦੀ ਹੈ। ਤਾਂ ਦਇਆ ਉਹਦੇ ਮਨੁੱਖ ਦੇ ਅੰਦਰ ਆਪਣੇ ਆਪ ਆ ਜਾਊਗੀ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਨੂੰ ਦਇਆ ਕਰਕੇ ਇਹ ਬਖਸ਼ਿਸ਼, ਇਹ ਮੱਤ, ਜਿਨ੍ਹਾਂ ਨੂੰ ਇਹ ਦਇਆ ਕਰਕੇ ਨਿਰੰਕਾਰ ਪਰਮੇਸ਼ਰ ਦਇਆ ਕਰਕੇ ਚੀਜ਼ ਦੇ ਦਿੰਦਾ, ਸੋਈ ਪੁਰਖ ਸੁਜਾਨ। ਸੁਜਾਨ ਹੁੰਦਾ ਬਹੁਤ ਸਿਆਣਾ, ਸਿਆਣਾ ਪੁਰਖ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕਰਵਾਣ। ਜਿਨ੍ਹਾਂ ਨੂੰ ਪਰਮੇਸ਼ਰ ਨਿਰੰਕਾਰ ਦੀ ਪ੍ਰਾਪਤੀ ਹੋ ਗਈ, ਪਰਮੇਸ਼ਰ ਮਿਲ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਕੁਰਬਾਨ ਜਾਂਦੇ ਹਾਂ। ਮਾਘ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਬਾਨ। ਮਾਘ ਵਿੱਚੋਂ ਸੁੱਚੇ ਪੁਰਖ ਉਹੀ ਨਿਕਲਦੇ ਆ, ਨਹੀਂ ਤਾਂ ਗੁਰਮਖੋ ਸਾਰਾ ਸਰੀਰ ਜਿਹੜੀ ਚੀਜ਼ ਗੰਦੀ ਹੋ ਜਾਂਦੀ ਉਹਨੂੰ ਝੂਠੀ ਕਹਿੰਦੇ ਆ। ਹੋਰ ਉਹਨੂੰ ਲੱਗਦਾ ਤਾਂ ਕੁਛ ਨਹੀਂ ਹੈ। ਉਹਨੂੰ ਖਾ ਕੇ ਅਸੀਂ ਰੱਖਦੇ ਪਦਾਰਥ ਤਾਂ ਉਹੀ ਹੈ, ਉਹ ਤਾਂ ਪਦਾਰਥ ਤਾਂ ਵਧੀਆ ਹੀ ਸੀ। ਉਹ ਮੂੰਹ ਦਾ ਜਦੋਂ ਲੱਬ ਲੱਗ ਗਈ ਤਾਂ ਉਹ ਗੰਦਾ ਉਹ ਸਮਝ ਲੈਂਦੇ ਉਹਨੂੰ। ਤਾਂ ਸੁੱਚਾ ਪੁਰਖ ਜਿਹੜੇ ਸਾਰੇ ਇੰਦਰੇ ਹੀ ਸੁੱਚੇ ਹੋ ਗਏ। ਮਾਘ ਵਿੱਚ ਉਹੀ ਸੁੱਚੇ ਪੁਰਖ ਨਿਕਲਦੇ ਆ ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਦੇ ਪਵਿੱਤਰ ਸਥਾਨ 'ਤੇ ਤੁਸੀਂ ਬੈਠੇ ਹੋ, ਪੂਰਾ ਗੁਰੂ ਜਿਨ੍ਹਾਂ 'ਤੇ ਇੱਦਾਂ ਦਾ ਪੁਰਖ ਮਿਹਰਬਾਨ ਹੋ ਜਾਵੇ ਤਾਂ ਉਹ ਸੁੱਚੇ ਨਿਕਲ ਜਾਂਦੇ ਆ ਮਾਘ ਮਹੀਨੇ ਦੇ ਵਿੱਚੋਂ। ਇਹ ਨਹੀਂ ਕਿ ਇੱਕੋ ਵਾਰੀ ਮੈਨੂੰ ਪੂਰਨ ਮਹਾਤਮਾ ਮਿਲ ਜਾਵੇ, ਤੁਰੇ ਰਹੀਏ, ਤਰੱਕੀ ਕਰਦੇ ਰਹੀਏ। ਜਿੱਦਾਂ ਜਿੱਦਾਂ ਪੜ੍ਹਾਈ ਵੱਧਦੀ ਚਲੀ ਜਾਂਦੀ ਆ, ਅਧਿਆਪਕ ਵੀ ਮਿਲਦੇ ਚਲੇ ਜਾਂਦੇ ਆ। ਅਧਿਆਪਕ ਆਪੇ ਲੱਭ ਲੈਂਦੇ ਵਿਦਿਆਰਥੀਆਂ ਨੂੰ। ਹਾਂ, ਗੁਰੂ ਨਾਨਕ ਸਾਹਿਬ ਨੇ ਆਪੇ ਜਾ ਜਾ ਕੇ ਲੱਭ ਲਿਆ ਜਿੱਥੇ ਜਿੱਥੇ ਬੈਠੇ ਸੀ।
ਅਨੂਪ ਸਿੰਘ ਸੀ ਸੰਤ ਮਹਾਰਾਜ ਦਾ ਡਰਾਈਵਰ, ਜਿਹਦੀ ਗੱਡੀ ਰੋਪੜ ਖੜੀ ਹੈ। ਉਹਨੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਅਸੀਂ ਤੁਹਾਨੂੰ, ਤੁਸੀਂ ਮਿਲ ਗਏ ਸਾਨੂੰ, ਅਗਲੇ ਜਨਮ 'ਚ ਕਿੱਦਾਂ ਪਛਾਣਾਂਗੇ? ਕਹਿੰਦੇ ਸਹੁਰਿਆ ਅੱਗੇ ਤੈਂ ਸਾਨੂੰ ਲੱਭਿਆ, ਅਸੀਂ ਆਪੇ ਲੱਭ ਲੈਣੇ ਆ। ਜਿੱਥੇ ਜਿੱਥੇ ਬੈਠੇ ਗੁਰੂ ਨਾਨਕ ਸਾਹਿਬ ਨੇ ਲੱਭ ਲਏ। ਤੁਰਿਆ ਰਹੇ ਮਨੁੱਖ, ਆਪਣੀ ਮਿਹਨਤ ਕਰਦਾ ਰਹੇ। ਤਾਂ ਜੇ ਲੜਕੀ ਜ਼ਿਆਦਾ ਪੜ੍ਹੀ ਹੋਆ ਤਾਂ ਜ਼ਿਆਦਾ ਪੜ੍ਹਿਆ ਪਤੀ ਮਿਲ ਜਾਂਦਾ। ਜੇ ਉੱਚੀ ਅਵਸਥਾ ਵਿੱਚ ਕੋਈ ਨਾਮ ਜਪਣ ਵਿੱਚ ਸ਼ਰਧਾ ਹੈ, ਕਿਸੇ ਦੀ ਸੇਵਾ ਵਿੱਚ ਸ਼ਰਧਾ ਹੈ, ਉਹਨੂੰ ਆਪੇ ਮਹਾਂਪੁਰਖ ਮਿਲ ਜਾਂਦੇ ਆ, ਉਹਨੂੰ ਆਪੇ ਉੱਦਾਂ ਦਾ ਮਿਲ ਜਾਂਦਾ। ਜਿੰਨੀ ਪੜ੍ਹਾਈ ਹੈ ਉਨੀ ਪੜ੍ਹਾਈ ਵਾਲਾ ਮੋਰੇ ਪਤੀ ਮਿਲ ਜਾਂਦਾ। ਸੋ ਸਾਰਿਆਂ ਦਾ ਧੰਨਵਾਦ ਜੀ, ਜਿੰਨੇ ਤੁਸੀਂ ਆਏ ਹੋ ਭਾਈ। ਭਾਵੇਂ ਠੰਡ ਦਾ ਸਮਾਂ ਹੈ, ਇੱਕ ਸੱਚ ਝੂਠ ਦੀ ਲੜਾਈ ਜ਼ੁਲਮੀ ਰਾਜੇ ਸੁਣੇ ਸਨ, ਦੇਖੇ ਨਾ ਸੀ ਹੈ। ਸਾਡੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਣ ਵਿੱਚ ਆਏ ਹੈ। ਚਲੋ ਇਹ ਵੀ ਗੁਰੂ ਨਾਨਕ ਸਾਹਿਬ ਦਾ ਕੋਈ ਕ੍ਰਿਸ਼ਮਾ ਹੋਊਗਾ। ਉੱਥੇ ਗੁਰੂ ਨਾਨਕ ਸਾਹਿਬ ਦੀ ਬਰਕਤ ਵਰਤ ਰਹੀ ਹੈ। ਇਹ ਮੰਨਣੀ ਪਊਗੀ, ਤੁਹਾਨੂੰ ਸਾਰਿਆਂ ਨੂੰ ਮੰਨਣੀ ਪਊਗੀ ਕਿ ਹੋਲਾ ਮਹੱਲਾ ਸਿੱਖਾਂ ਦਾ ਸਰਮੌਰ ਮੇਲਾ ਹੈ। ਕਦੀ ਬਦਾਮਾਂ ਦੇ ਲੰਗਰ ਨਹੀਂ ਲੱਗੇ ਉੱਥੇ, ਪਿੰਨੀਆਂ ਦੇ ਲੰਗਰ ਨਹੀਂ ਲੱਗੇ। ਦੁੱਧ ਪਾਣੀ ਨਾਲ ਜ਼ਿਆਦਾ ਉੱਥੇ ਵਰਤਦਾ, ਕਹਿੰਦੇ ਅਸੀਂ ਲੈਣਾ ਨਹੀਂ ਹੈ, ਸਾਡੇ ਕੋਲ ਵਾਧੂ ਹੈ। ਇਹ ਇੱਕ ਨਗਰ ਦੇ ਆਏ ਸੀ ਸਾਡੇ, ਕਹਿੰਦੇ 4 ਕੁਆਂਟਲ ਗੁੜ ਲੈ ਕੇ ਗਏ, ਵਿੱਚ ਬਹੁਤ ਚੀਜ਼ਾਂ ਪਾ ਕੇ ਖਾਣ ਵਾਸਤੇ। ਕਹਿੰਦੇ ਕਿਸੇ ਨੇ ਸਾਤੋਂ ਲਿਆ ਨਹੀਂ, ਕਹਿੰਦੇ ਸਾਡੇ ਕੋਲ ਵਾਧੂ ਹੈ। ਕਹਿੰਦੇ ਸਾਰਿਆਂ ਅਸੀਂ ਪੁੱਛ ਲਿਆ, ਕਿਸੇ ਗੁੜ ਲਿਆ ਨਹੀਂ। ਕਹਿੰਦੇ ਗੁਰਦੁਆਰੇ ਦੇ ਕੇ ਆਏ ਵੀ ਖੀਰ ਦੇ ਵਿੱਚ ਪਾ ਦਿਓ। ਇੰਨਾ ਪਦਾਰਥ ਰੋਲਦਾ ਹੈ। ਇਹ ਗੁਰੂ ਨਾਨਕ ਦੀ ਹਾਜ਼ਰੀ ਤੋਂ ਬਿਨਾਂ ਇਹ ਪਦਾਰਥ ਰੋਲ ਨਹੀਂ ਸਕਦੇ। ਫਿਰ ਇੰਨੇ ਬੰਦੇ ਇਕੱਠੇ ਹੋ ਕੇ, ਜਿੱਥੇ 4 ਨੌਜਵਾਨ ਇਕੱਠੇ ਹੋਣ, ਲੜਾਈ ਤੋਂ ਬਿਨਾਂ ਤਾਂ ਉਹ ਨਹੀਂ ਰਹਿੰਦੇ। ਐਨੀ ਦੁਨੀਆ ਇਕੱਠੀ ਹੋ ਕੇ ਸ਼ਾਂਤੀ ਵਰਤ ਰਹੀ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਵਰਤ ਰਹੀ। ਅਰਦਾਸ ਕਰਿਆ ਕਰੋ, ਮੈਂ ਤਾਂ ਅਰਦਾਸ ਕਰ ਦਿੰਦਾ ਹੁੰਦਾ। ਗੁਰੂ ਨਾਨਕ ਸਾਹਿਬ ਆਪਣੇ ਪੰਥ ਦੀ, ਆਪਣੇ ਧਰਮ ਦੀ ਲੜਾਈ ਨਹੀਂ ਹੈ, ਇਹ ਕਿਰਸਾਨਾਂ ਦੀ ਲੜਾਈ ਹੈ, ਜਿਹੜੇ ਅੰਨਦਾਤੇ ਹੈ। ਕਿਰਸਾਨ ਵੀ ਪਾਲਦਾ ਸ੍ਰਿਸ਼ਟੀ ਨੂੰ, ਪਰਮੇਸ਼ਰ ਵੀ ਪਾਲਦਾ। ਕਿਰਸਾਨ ਨੇ ਜਿਹੜੇ ਦਾਣੇ ਵੇਚ ਲਏ ਉਹ ਤਾਂ ਪੈਸੇ ਲੈ ਲਏ, ਜਿਹੜੇ ਦਾਣੇ ਡਿੱਪ ਪਏ ਕੀੜਿਆਂ ਨੇ ਖਾ ਲਏ, ਕਾਮਾਂ ਨੇ ਖਾ ਲਏ। ਕੋਈ ਗੰਨਾ ਚੂਪ ਗਿਆ, ਕੋਈ ਸਾਗ ਤੋੜ ਕੇ ਲੈ ਗਿਆ। ਕਿੰਨੇ ਅਜੀਬ ਜੰਤੂ ਖਾਂਦੇ ਆ। ਸ੍ਰਿਸ਼ਟੀ ਨੂੰ ਪਰਮੇਸ਼ਰ ਪਾਲਣਹਾਰ ਕਿਰਸਾਨ ਹੈ। ਜੇ ਦਾਣੇ ਹੋਰ ਚੀਜ਼ਾਂ ਪੈਦਾ ਨਾ ਕਰੇ, ਜੀਵ ਜੰਤੂ ਬਚ ਨਹੀਂ ਸਕਦੇ। ਉਹ ਸ੍ਰਿਸ਼ਟੀ ਨੂੰ ਵੀ ਪਾਲਦਾ ਹੈ, ਤਾਂ ਜਿੰਨੇ ਹੋਰ ਮਨੁੱਖ ਹੈ ਉਹਨਾਂ ਨੂੰ ਵੀ ਪਾਲਦਾ। ਜੇ ਧਰਤੀ ਵਿੱਚੋਂ ਚੀਜ਼ਾਂ ਪੈਦਾ ਹੀ ਨਾ ਕੋਈ ਕਰੇ ਤਾਂ ਖਾਵੇ ਕੌਣ? ਉਹਨਾਂ ਦੀ ਅਰਦਾਸ ਸਾਰਿਆਂ ਦੀ, ਕਿਉਂਕਿ ਸਾਰੇ ਹੀ ਖਾਂਦੇ ਆ ਕੁਛ ਨਾ ਕੁਛ, ਚਾਹੇ ਮਹਿਲਾਂ 'ਚ ਬੈਠਾ, ਚਾਹੇ ਕੋਈ ਕਿਤੇ ਬੈਠਾ। ਹਰੇਕ ਚੀਜ਼ ਕਿਰਸਾਨ ਨੇ ਖੇਤਾਂ 'ਚੋਂ ਲਿਆਂਦੀ ਹੈ ਤਾਂ ਸਾਡੇ ਅੰਦਰ ਗਈ ਹੈ। ਅਰਦਾਸ ਕਰਿਆ ਕਰੋ, ਜਿਹੜੇ ਨਹੀਂ ਵੀ ਕਿਰਸਾਨੀ ਕਰਦੇ, ਵੀ ਇਹ ਜੀਂਦੇ ਵਸਦੇ ਰਹਿਣ ਤਾਂ ਸੰਸਾਰ ਜੀਂਦਾ ਵਸਦਾ ਰਹੂਗਾ। ਜੇ ਧਰਤੀ ਉਜਾੜ ਪਈ ਰਹੇ ਤਾਂ ਉੱਥੇ ਖਾਣਾ ਕਿਸੇ ਨੇ ਕੀ, ਕਮਾਉਣਾ ਹੀ ਨਹੀਂ ਤਾਂ ਖਾਣਾ ਕੀ ਹੈ? ਇਹ ਵੀ ਇੱਕ ਅਰਦਾਸ ਹੈ। ਗੁਰੂ ਨਾਨਕ ਦੇ ਘਰ ਵਿੱਚ ਬੈਠੇ ਹਾਂ, ਮਹਾਰਾਜ ਉਹਨਾਂ ਦੀ ਅਰਦਾਸ ਸੁਣੋ। ਜਿਹੜੇ ਸ੍ਰਿਸ਼ਟੀ ਨੂੰ ਪਾਲਦੇ ਆ ਉਹ ਵਿਚਾਰੇ ਠੰਡ ਵਿੱਚ ਬਾਹਰ ਠਰਦੇ, ਸੜਕਾਂ 'ਤੇ ਲੰਮੇ ਪਏ ਆ। ਅਤੇ ਜ਼ੁਲਮੀ ਰਾਜੇ ਗੁਰੂ ਨਾਨਕ ਸਾਹਿਬ ਨੇ ਆ ਕੇ ਬਾਬਰ ਵਰਗਿਆਂ ਦਾ ਮੂੰਹ ਮੋੜਿਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਵਰਗਿਆਂ ਦਾ ਮੂੰਹ ਮੋੜਿਆ ਸੀ। ਹੁਣ ਵੀ ਉਹ ਗੁਰੂ ਹਾਜ਼ਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਨਾਂ ਨੂੰ ਬੇਨਤੀ ਕਰਕੇ, ਮਹਾਰਾਜ ਹੁਣ ਵੀ ਤੁਸੀਂ ਮੋੜ ਸਕਦੇ ਹੋ, ਬੰਦਿਆਂ ਦੇ ਵੱਸ ਦੀ ਗੱਲ ਨਹੀਂ ਹੈ। ਸਾਰਿਆਂ ਦਾ ਧੰਨਵਾਦ ਜੀ। ਇੰਨਾ ਵੱਡਾ ਅੰਦੋਲਨ, ਐਡਾ ਵੱਡਾ ਜੰਗ ਲੱਗੀ ਹੋਈ, ਫਿਰ ਵੀ ਤੁਸੀਂ ਬਹੁਤ ਗਿਣਤੀ ਵਿੱਚ ਆਏ ਹੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।